विद्यार्थियों दे सेव गर्ल चाइल्ड विषय ते पोस्टर मेकिंग मुकाबले, ਧੀਆਂ ਲਈ विद्या दा महत्व, समाजिक विकास विच लड़कियां दा योगदान विषय ते लेख लिखण मुकाबले ਅਤੇ सेल्फी विद डॉटर इवेंट दा आयोजन किया गया है। इस तो इलावा मैं डॉक्टर पुष्पिंदर कौर भी नैशनल गर्ल चाइल्ड डे मनाउण दी जरूरत क्यों पई ਅਤੇ इस दा की महत्व है विषय ते विचार चर्चा करांगी। प्यारे विद्यार्थियों, राष्ट्रीय बालड़ी दिवस मिति 24 जनवरी ਨੂੰ ਮਨਾਇਆ ਜਾਂਦਾ ਹੈ। ਭਾਰਤ ਸਰਕਾਰ ਦਾ ਇਹ ਦਿਵਸ ਮਨਾਉਣਾ ਸ਼ੁਰੂ ਕਰਨ ਦਾ ਮੁੱਖ ਮਕਸਦ ਵੱਧ ਰਹੇ ਲਿੰਗ ਅਨੁਪਾਤ ਨੂੰ ਰੋਕਣਾ ਅਤੇ ਲੋਕਾਂ ਦੀ ਛੋਟੀਆਂ ਬੱਚੀਆਂ ਦੇ ਜਨਮ ਲੈਣ ਅਤੇ ਪਰਵਰਿਸ਼ ਸੰਬੰਧੀ ਰੂੜੀਵਾਦੀ ਸੋਚ ਵਿੱਚ ਪਰਿਵਰਤਨ ਲਿਆਉਣਾ ਹੈ। ਜੇ ਮੈਂ ਤੁਹਾਡੇ ਨਾਲ ਲਿੰਗ ਅਨੁਪਾਤ ਦੀ ਗੱਲ ਕਰਾਂ 2001 ਦੀ ਜਨਗਣਨਾ ਅਨੁਸਾਰ ਇਹ ਪ੍ਰਤੀ 1000 ਬੱਚਿਆਂ ਮਗਰ 927 ਸੀ, ਜਿਹੜਾ ਕਿ ਸਮਾਜ ਅਤੇ ਸਰਕਾਰ ਦੋਵਾਂ ਲਈ ਹੀ ਚਿੰਤਾ ਦਾ ਵਿਸ਼ਾ ਸੀ। 2011 ਦੀ ਜਨਗਣਨਾ ਅਨੁਸਾਰ ਇਹ ਲਿੰਗ ਅਨੁਪਾਤ ਘਟਣ ਦੀ ਬਜਾਏ ਹੋਰ ਵੱਧ ਗਿਆ ਅਤੇ 918 ਤੇ ਪਹੁੰਚ ਗਿਆ, ਜਿਸ ਦੇ ਅੰਕੜੇ ਹਰਿਆਣਾ ਅਤੇ ਪੰਜਾਬ ਵਿੱਚ ਹੋਰ ਵੀ ਖਤਰਨਾਕ ਸਨ, ਜਿਹੜੇ ਕਿ 800 ਦੇ ਕਰੀਬ ਸਨ। ਇਸ ਲਈ 2014 ਵਿੱਚ ਸਰਕਾਰ ਨੇ ਵੱਧਦੇ ਲਿੰਗ ਅਨੁਪਾਤ ਨੂੰ ਰੋਕਣ ਲਈ ਕਈ ਸਕੀਮਾਂ ਜਿਹੜੀਆਂ ਸੀ ਉਹਨਾਂ ਦਾ ਆਯੋਜਨ ਕੀਤਾ, ਜਿਸ ਵਿੱਚ 2015 ਵਿੱਚ ਪਾਣੀਪਤ ਹਰਿਆਣਾ ਵਿਖੇ ਬੇਟੀ ਬਚਾਓ ਬੇਟੀ ਪੜਾਓ ਸਕੀਮ ਦਾ ਸ਼ੁਭ ਆਗਾਜ਼ ਕੀਤਾ ਗਿਆ। ਇਹ ਸਕੀਮ ਜਿਹੜੀ ਸੀ ਬੇਟੀ ਬਚਾਓ ਬੇਟੀ ਪੜਾਓ ਸਮਾਜ ਸੁਧਾਰਕ ਸਕੀਮ ਵਜੋਂ ਸਮਾਜ ਦੇ ਵਿੱਚ ਪ੍ਰਵਾਨ ਹੋਈ। ਲੜਕੀਆਂ ਜਿਹੜੀਆਂ ਨੇ ਜਨਮ ਤੋਂ ਪਹਿਲੇ ਹੋ ਰਹੀ ਭਰੂਣ ਹੱਤਿਆ ਨੂੰ ਰੋਕਣ ਲਈ ਸਰਕਾਰ ਨੇ ਇਸ ਸਕੀਮ ਤਹਿਤ ਕਈ ਸਖਤ ਜਿਹੜੇ ਕਦਮ ਸੀ ਉਹ ਵੀ ਉਠਾਏ ਤੇ ਕਈ ਜਿਹੜੇ ਮਿਸ਼ਨ ਸੀ ਉਹ ਵੀ ਸ਼ੁਰੂ ਕੀਤੇ, ਜਿਸ ਵਿੱਚ ਸਰਕਾਰ ਨੇ ਉਹਨਾਂ 100 ਜ਼ਿਲ੍ਹਿਆਂ ਵਿੱਚ ਜਿੱਥੇ ਲਿੰਗ ਅਨੁਪਾਤ ਦੀ ਦਰ ਬਹੁਤ ਜ਼ਿਆਦਾ ਸੀ ਉੱਥੇ ਜਾਗਰੂਕਤਾ ਅਤੇ ਪ੍ਰਚਾਰ ਅਭਿਆਨ ਸ਼ੁਰੂ ਕੀਤੇ। ਲੜਕੀਆਂ ਦੇ ਭਵਿੱਖ ਨੂੰ ਸੰਵਾਰਨ ਲਈ ਸੁਕੰਨਿਆ ਸਮਰਿੱਧੀ ਯੋਜਨਾ ਸ਼ੁਰੂ ਕੀਤੀ। ਇਹ ਉਹ ਯੋਜਨਾ ਹੈ ਜਿਸ ਵਿੱਚ 10 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਦੀ ਉੱਚ ਸਿੱਖਿਆ ਵਾਸਤੇ ਅਤੇ ਉਹਨਾਂ ਦੇ ਵਿਆਹ ਵਾਸਤੇ ਮਾਪੇ ਨਿਵੇਸ਼ ਕਰ ਸਕਦੇ ਹਨ। ਇਸ ਯੋਜਨਾ ਵਿੱਚ ਸਭ ਤੋਂ ਵੱਧ ਵਿਆਜ ਦਿੱਤਾ ਜਾਂਦਾ ਹੈ ਅਤੇ ਇਹ ਯੋਜਨਾ ਦੇਸ਼ ਵਿੱਚ ਬੱਚੀਆਂ ਦੇ ਭਵਿੱਖ ਵਾਸਤੇ ਵਰਦਾਨ ਸਾਬਤ ਹੋ ਰਹੀ ਹੈ। ਇਸ ਤੋਂ ਇਲਾਵਾ ਹਰਿਆਣਾ ਸਰਕਾਰ ਦੀ ਲਾਡਲੀ ਯੋਜਨਾ, ਹਿਮਾਚਲ ਸਰਕਾਰ ਦੀ ਬੇਟੀ ਹੈ ਅਨਮੋਲ ਯੋਜਨਾ, ਉੱਤਰ ਪ੍ਰਦੇਸ਼ ਦੀ ਕੰਨਿਆ ਵਿਆਹ ਅਨੁਦਾਨ ਅਤੇ ਭਾਗਿਆ ਲక్ష్ਮੀ ਯੋਜਨਾ ਅਤੇ ਭਾਰਤ ਸਰਕਾਰ ਦੀ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਬੇਟੀ ਬਚਾਓ ਅਤੇ ਬੇਟੀ ਪੜਾਓ ਯੋਜਨਾ ਵਿਸ਼ੇਸ਼ ਤੌਰ ਤੇ ਵਰਣਨਯੋਗ ਹਨ। ਪਰ ਪਿਆਰੇ ਵਿਦਿਆਰਥੀਓ, ਅਸੀਂ ਇਹਨਾਂ ਯੋਜਨਾਵਾਂ ਦੇ ਨਾਲ ਆਪਣੇ ਘਰ ਪਰਿਵਾਰ ਅਤੇ ਦੇਸ਼ ਦੇ ਭਵਿੱਖ ਨੂੰ ਤਦ ਹੀ ਸੰਵਾਰ ਸਕਦੇ ਹਾਂ ਜੇ ਅਸੀਂ ਆਪਣੀਆਂ ਬੱਚੀਆਂ ਦੇ ਸੁਪਨਿਆਂ ਨੂੰ ਮੋਲਣ ਦੇ ਸਹੀ ਮੌਕੇ ਦੇਵਾਂਗੇ, ਉਹਨਾਂ ਨੂੰ ਉੱਚੀਆਂ ਉਡਾਰੀਆਂ ਭਰਨ ਦੇ, ਉਹਨਾਂ ਦੇ ਸੁਪਨਿਆਂ ਦੇ ਖੰਭਾਂ ਨੂੰ ਨਵੇਂ ਆਕਾਸ਼ ਦੇਵਾਂਗੇ। ਅਜੋਕੇ ਯੁੱਗ ਵਿੱਚ ਪਰਿਸਥਿਤੀਆਂ ਬਦਲ ਚੁੱਕੀਆਂ ਹਨ ਅਤੇ ਇਸ ਲਈ ਬੱਚੀ ਦੇ ਜਨਮ ਅਤੇ ਉਸ ਦੀ ਲੜਕੇ ਦੇ ਬਰਾਬਰ ਪਰਵਰਿਸ਼ ਕਰਨਾ ਸਾਡੀ ਇੱਛਾ ਹੀ ਨਹੀਂ, ਸਾਡੀ ਜ਼ਰੂਰਤ ਬਣ ਚੁੱਕਾ ਹੈ। ਆਓ ਇਸ ਲਈ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਇਹ ਪ੍ਰਣ ਕਰੀਏ ਕਿ ਬੇਟੀਆਂ ਪਰਿਵਾਰ ਤੇ ਬੋਝ ਨਹੀਂ, ਪਰਿਵਾਰ ਦਾ ਸਵੈਮਾਣ ਹਨ। ਇਹ ਆਪਣੇ ਫੈਸਲੇ ਖੁਦ ਲੈ ਸਕਦੀਆਂ ਹਨ। ਇਹ ਆਤਮ ਨਿਰਭਰ ਹੋ ਕੇ ਪਰਿਵਾਰ ਦੀ ਖੁਸ਼ਹਾਲੀ ਵਿੱਚ ਅਤੇ ਪਰਿਵਾਰ ਨੂੰ ਉੱਚਾ ਚੁੱਕਣ ਵਿੱਚ ਮਦਦ ਕਰ ਸਕਦੀਆਂ ਹਨ। ਇਹਨਾਂ ਅੰਦਰ ਅਗਾਂਹ ਵਧਣ ਅਤੇ ਆਪਣੀਆਂ ਜੜ੍ਹਾਂ ਨਾਲ ਵੀ ਜੁੜੇ ਰਹਿਣ ਭਾਵ ਮਰਿਆਦਾ ਰੱਖਿਅਕ ਹੋਣ ਦਾ ਅਨਮੋਲ ਹੁਨਰ ਹੈ। ਮੇਰੀ ਅਤੇ ਸਮੂਹ ਖਾਲਸਾ ਕਾਲਜ ਪਟਿਆਲਾ ਦੇ ਪਰਿਵਾਰ ਦੀ ਸਾਡੀਆਂ ਬੇਟੀਆਂ ਨੂੰ ਸਲਾਮ ਹੈ। ਇਹ ਆਬਾਦ ਰਹਿਣ, ਇਹ ਹੱਸਦੀਆਂ ਵਸਦੀਆਂ ਰਹਿਣ, ਇਹ ਹਮੇਸ਼ਾ ਅੱਗੇ ਵਧਦੀਆਂ ਰਹਿਣ। ਥੈਂਕ ਯੂ। ਹੁਣ ਮੈਂ ਡਾਕਟਰ ਬਲਬੀਰ ਕੌਰ ਜੀ, ਮੁਖੀ ਹੋਮ ਫੈਸ਼ਨ ਡਿਜ਼ਾਈਨਿੰਗ ਵਿਭਾਗ ਨੂੰ
ਸੱਦਾ ਦਿੰਦੀ ਹਾਂ ਕਿ ਉਹ ਡਾਇਟਰੀ ਐਂਡ ਡਾਈਵਰਸਿਫਿਕੇਸ਼ਨ ਵਿਸ਼ੇ ਤੇ ਆਪਣਾ ਲੈਕਚਰ ਸ਼ੁਰੂ ਕਰ। ਡਾਕਟਰ ਬਲਬੀਰ ਕੌਰ ਜੀ। थैंक यू डॉक्टर पुष्पिंदर जी। सब तो पहला तो मैं हाँ जी, मेरी आवाज ऑडिबल है जी सारियां नूं? हाँ जी बिल्कुल क्लियर है जी। ओके ठीक है ठीक है जी ओके। सब तो पहला तो मैं कॉलेज के प्रिंसीपल डॉक्टर धर्मिंदर सिंह ओबा जी, लड़कियां भलाई कमेटी के डीन प्रोफैसर सुखमीन जी, नन्ही छा सैल के कन्वीनर डॉक्टर पुष्पिंदर कौर जी, नन्ही छा सैल अते लड़कियां भलाई कमेटी के सारे मैंबर साहबान अते प्यारे विद्यार्थियों नूं जी आयां नूं आखदियां। मेरा अज का जिहड़ा विषय है वो है डाइटरी डाइवर्सिफिकेशन, दैट इज द नीड ऑफ द आवर। सो ये विषय तुहानूं सुनन दे विच जिवें थोड़ा जिहा टैक्नीकल लगदा है, पर मैं कोई टैक्नीकल उहदे विच नहीं जाना। मैं बहुत ही सौखे ते सिंपल शब्दां दे विच अज दी अपनी गलबात तुहाडे नाल सांझी करांगी। इस तो पहला कि मैं अपने टॉपिक ते आवां, सब तो पहला तो डाइटरी डाइवर्सिफिकेशन नूं समझण लई सानूं ये बहुत जरूरी है कि असीं थोड़ी जी दी बैकग्राउंड वल जे जाइए, मीनस असीं डाइट नूं थोड़ा जिहा बैकग्राउंड च देखिए तां डाइट साडी हैल्थ दे नाल डायरैक्टली रिलेट हुंदी है। सो मैं अपनी गल शुरू करदी हां कि WHO जिहड़ी कि वर्ल्ड हैल्थ ऑर्गेनाइजेशन है, सारियां नूं पता है इस बारे, इसने एक प्रेडिक्शन दी है कि 2030 जिहड़ा कि हुण बहुता दूर नहीं है, 22 चल रहा, 8 साल रह गए ने, कि 2030 दे विच दुनिया के लोगों कोल सब कुछ होएगा। आपां देख ही रहे हैं अज भी टैक्नोलॉजी इन्नी एडवांस कर गई है, हर बंदे कोल गड्डियां कारां, अगे ये चीज़ां कित्थे हुंदियां सी, है ना, साइकिलां ते जांदे सी, फिर स्कूटर आ गए ते हुण गड्डियां कारां, गड्डियां भी एक तो एक वड्डी लैण दी होड़ विच असीं लगे होए हां, वड्डे वड्डे घर ने, हर सहूलत जिहड़ी हैगी है, लग्जरी चीज़ां ने साडे घर दे विच अवेलेबल ने। सो इक्को चीज़ साडे कोल मिसिंग है, और वो WHO ने सही किया है कि 2030 तक साडे कोल की चीज़ नहीं होएगी, दैट इज हेल्थ। सो अज का जिहड़ा विषय है वो डायरैक्टली हैल्थ दे नाल रिलेट हुंदा है। सो हैल्थ की जदों आपां गल करदे आ, ठीक है जी, ते इहदे विच मैं 4 पिलर्स तुहाडे नाल सांझे करांगी। मुख तौर पे मेरा मेन जिहड़ा टॉपिक है वो डाइट नाल रिलेट होएगा। सो पहला तो आपां गल करांगे बैलेंस डाइट की। बैलेंस डाइट नूं मैं अगे डिटेल दे विच तुहाडे नाल सांझी करांगी, जिहड़ा कि मेरा टॉपिक दे विच भी मैं गल करांगी डाइटरी डाइवर्सिफिकेशन दी। इस तो पहला मैं दूसरे पिलर्स मोटे मोटे तुहाडे नाल सांझी करदी हां। दूसरा असीं कह दिंदे हां कि रेगुलर एक्सरसाइज, ठीक है, कल्ली डाइट नाल असीं हेल्दी नहीं होवांगे, नाल सानूं कुछ चीज़ां होर भी फॉलो करनियां पैणियां ने। रेगुलर एक्सरसाइज मीनस असीं कोई ना कोई फिजिकल एक्टिविटी जिहड़ी अपनी जिंदगी दे विच शामिल करिए। सो विद्यार्थी अजकल जिवें बहुत अपने उहदे भज दौड़ दे विच असीं लगे होए हां, असीं भुल गए हां, है ना, साडी लाइफ स्टाइल जिहड़ी है सेडेंटरी हो गई है। ज्यादातर टाइम असीं की करदे हां, फोन बैठे ही रहना, साडा एक्टिविटी सिर्फ सिटिंग है, सेडेंटरी हो गई है, तो उहदे नाल सानूं बीमारियां लग गई। सो फिजिकल एक्टिविटी किसी भी फॉर्म च जिहड़ी असीं अपने लाइफ दे विच लैके आईए, चाहे वो वॉक हो सकती है, रनिंग हो सकती है, या घर बैठ के योगा या ब्रिस्क वॉक, मैडिकेशन हो सकता है, ईवन कोई तुसी तुहाडी हॉबी है, तुसी उसनूं भी अडॉप्ट करदे हो, वो भी एक तरह की तुहाडी मैडिकेशन है। कोई म्यूजिक च इंटरस्टिड है तो तुसी रियाज करदे हो, वो भी तुहाडी एक तरह की मैडिकेशन, राइट। हल्कियां फुल्कियां स्ट्रैचिंग एक्सरसाइजेस तुसी कर सकदे हो। सो ये है साडी जिन्हों असीं कहने रेगुलर एक्सरसाइज विच इज अ मस्ट इन आवर डे टू डे रजाई, राइट। दूसरा जिहड़ा पिलर है दैट इज रेस्ट, प्रॉपर रेस्ट। हुण किन्ने क असीं हैगे हां जिहड़े असीं रात नूं गूढ़ी नींद सौंदे हां, है ना, 7 ਤੋਂ 8 घंटे सानूं गूढ़ी नींद है जिहड़ी अच्छी नींद है वो लैनी चाहिदी है, पर किन्ने क असीं हैगे हां जिहड़े कि असीं इस चीज़ नूं लै रहे हां। रात नूं लेट सौना, फिर रात नूं सौंदे होए भी असीं सौंदे सौंदे एक वारी विच उठांगे, कोई ना कोई दिमाग ते स्ट्रैस है, टेंशन है, तो असीं नींद पूरी नहीं लै रहे, राइट। दैन साडा एटीट्यूड किदां दा है, पॉजिटिव एटीट्यूड होना बहुत जरूरी है। हर गल लई सानूं पॉजिटिव सोचना, किसी भी तरह की स्ट्रैस जिहड़ी असीं अपनी लाइफ दे विच नहीं लैके आउणी। सो किन्ने क असीं जिहड़े असीं स्ट्रैस फ्री लाइफ जी रहे हैं, हर किसी नूं। अजकल तो छोटे छोटे बच्चे देख लो तुसीं, नर्सरी दे विच बच्चा असीं दाखल करवाउने आ, एडा बस्ता चुक्या हुंदा उहने, उहनूं उसे दी टेंशन है, ठीक है। तुसीं स्टूडेंट लाइफ बेटा सारे
स्टूडेंट हो तो थोड़े ते भी कोई ना कोई स्ट्रेस है, अज एग्जाम्स ने, अज आ है ना, कुछ ना कुछ स्ट्रेस साडे दिमाग से हमेशा चलदी जिहड़ी कि सानू नहीं रखनी है। एंड फाइनली जिहड़ी चीज़ साडे हत्थ च नहीं है, ये चीज़ां तो साडे हत्थ च है, असीं अपनी डाइट कंट्रोल कर सकते हैं, असीं अपनी लाइफ च एक्सरसाइज इन्वॉल्व कर सकते हैं, रेस्ट लैनी है, असीं प्रॉपर पॉजिटिव एटीट्यूड असीं अडॉप्ट करना है। पर कुछ चीज़ां साडे हाथ च नहीं, जिवें इन्वायरमेंट है ना, अजकल असीं देख रहे हैं साडा इन्वायरमेंट किस तरह का हो गया, पोल्यूशन है, या असीं अपनी एग्रीकल्चर प्रैक्टिसिस ते जाइए तो सारा कुछ साडा कैमिकल्स पेस्टिसाइड्स नाल स्प्रे होके साडे कोल मिल रहा। सो ये चीज़ां ते सानू आप नू भी इंडिविजुअल तौर ते नाल ही साडीआं सरकारां नू वड्डे लैवल ते पॉलिसीज बना के इस ते काम करन दी लोड़ है कि असीं अपना आला दुआला जिहड़ा है एनवायरनमेंट जिहड़ी है वो किस तरह इंप्रूव कर सकते। सो किसी ने बहुत वधिया कहा है कि असीं ਉਹ ਆ जो ਅਸੀਂ ਖਾਂਦੇ ਆ, ठीक है ना। सो वी आर वॉट वी ईट, जो ਅਸੀਂ ਖਾਵਾਂਗੇ ਉਹੀ ਅਸੀਂ ਅੰਦਰੋਂ ਸਾਡੀ ਬੋਡੀ ਦੇ ਵਿੱਚ ਚੇਂਜ ਹੋਏਗਾ ਔਰ ਉਹੀ ਅਸੀਂ ਬਾਹਰੋਂ ਦੇਖਣ ਨੂੰ ਲੱਗਾਂਗੇ, ਰਾਈਟ। ਸੋ ਮੇਰਾ ਜਿਹੜਾ ਟੌਪਿਕ ਹੈ ਅੱਜ ਦਾ, ਮੈਂ ਆਪਣੀ ਡਾਈਟ ਦੇ ਨਾਲ ਰਿਲੇਟ ਕਰਾਂਗੀ ਉਸਨੂੰ ਸਾਰਾ, ਕਿਉਂਕਿ ਅੱਜ ਅਸੀਂ ਮਨਾ ਰਹੇ ਹਾਂ, ਜਿਵੇਂ ਕਿ ਪੁਸ਼ਪਿੰਦਰ ਮੈਮ ਨੇ ਗੱਲ ਕੀਤੀ ਹੈ, ਨੈਸ਼ਨਲ ਗਰਲ ਚਾਈਲਡ ਡੇ ਮਨਾ ਰਹੇ ਹਾਂ। ਤੇ ਕੁੜੀਆਂ ਵਾਸਤੇ, ਈਵਨ ਮੁੰਡਿਆਂ ਵਾਸਤੇ ਵੀ ਅਸੀਂ ਹੈਲਥ ਐਂਡ ਨਿਊਟ੍ਰੀਸ਼ਨ ਨੂੰ ਕਿਸ ਤਰ੍ਹਾਂ ਆਪਣੀ ਲਾਈਫ ਦੇ ਵਿੱਚ ਅਡਾਪਟ ਕਰਨਾ ਹੈ ਤਾਂ ਕਿ ਅਸੀਂ एक चंगी सेहत वाल जा सकीए ते असीं बीमारी तो रहत हो सकीए, राइट। सो गवर्नमेंट ऑफ इंडिया ने इस दे विच बहुत पिछे कुछ सालों तो, पिछले 5 सालों तो, बहुता पुराना नहीं मैं पिछे जाती, क्योंकि पहला की सीगा, पहला तो ऑलरेडी असीं बहुत अच्छे सीगे, सानू इन्नियां बीमारियां नहीं सीगियां, क्योंकि असीं साडा थाली सिस्टम सीगा, साडी ट्रेडिशनल डाइट सीगी, साडा कल्चर है जिहड़ा है ना, वो असीं अडॉप्ट करिया होया सी। ये तो हुण जमाना आ गया, सारा रेडी टू ईट फूड्स आ गए, बाहरों चीज़ां लिया के खाण दा सिस्टम आ गया, पैकेज्ड फूड्स आ गए, इस करके साडी हेल्थ जिहड़ी है खराब हो गई। सो गवर्नमेंट ऑफ इंडिया ने फ्रॉम द लास्ट 5 ईयर्स न्यूट्रिशनल प्रोफेशनल्स ने जिहड़े फूड एंड न्यूट्रिशन फील्ड दे विच काम कर रहे हैं, ईवन आई एम आल्सो अ न्यूट्रिशनिस्ट, सो इन्हां दी हेल्प दे नाल एक मिशन असीं अडॉप्ट कीता है, दैट इज ईट राइट, ईट सेफ एंड ईट सस्टेनेबल, ठीक है। ईट राइट इंडिया के नाम से साडी गवर्नमेंट वैबसाइट पे काम कर रही है, तुसीं इहनूं खोल सकते हो, देख सकते हो, उत्थे सारा लिटरेचर पे है, तुसीं इहनूं पढ़ सकते हो। सो इस स्लोगन नूं लैके असीं हुण अगले फ्यूचर, अगले 10 सालां दे विच असीं चलांगे, ईट राइट, ईट सेफ एंड ईट सस्टेनेबल। सो मैं अज दी गल अपनी इसे दे उत्ते करांगी बेसिकली। सो जदों असीं डाइटरी डाइवर्सिफिकेशन की गल करते हैं, है ना, डाइट तो असीं लै ही रहे हैं, बट उस दे विच असीं डाइवर्सिफिकेशन लैके आउणी है। इहनूं मैं पंजाबी च 2 लाइनां दे विच कहनी आ, खुराक मेरी मौसमी, स्थानक अते रिवायती, तंदुरुस्त मैं, मेरा परिवार ते नाल मेरी धरती। आ शब्द ने, आ सिंपल जे शब्द ने, असीं सारा कुछ अपना जो असीं दिन च खाने आ पीने आ, ये सारा असीं इस दे आले दुआले लैके आउणा, ठीक है। दैट इज डाइटरी डाइवर्सिफिकेशन, राइट। ते इंडियन डायटैटिक एसोसीएशन साडी बनी हुई है, वो काम कर रही है इस ते बहुत ज्यादा, ते हर साल असीं 10 जनवरी नूं इंडियन डायटैटिक्स डे दे वजों मनाउने आ, ते इस साल भी साडा 2022 दे विच 10 जनवरी इंडियन डायटैटिक्स डे मनाया गया सी, ते उस दे विच थीम अगे लिआंदा गया सी, ते मैनूं लग्गिया है बहुत जरूरी है बच्चों तुहाडे सारिआं नाल साझा करना, तो मैं अपना अज दा विषय इसे ते चुनिया है इसे करके। सो आपां आओ सारे इस नूं प्लेज करिए कि मैं हैल्दी रहना, ते नाल मैं अपनी एनवायरनमेंट नूं भी हैल्दी रखना। कल्ला मैं हैल्दी नहीं रहना, क्योंकि जिस धरती ते मैं रह रही हाँ उस धरती नूं, अपने आले दुआले नूं भी मैं हैल्दी रखना है, अपने एनवायरनमेंट नूं सही करना है, राइट। सो जदों मैं डाइट डाइवर्सिफिकेशन की गल करदी हां, ते इहदे विच मुख तौर ते असीं अपनी डाइट दी, यू कैन से कि असीं क्वालिटी किस तरह इंप्रूव करनी है ना, ਉਹਦੇ ते मैं गल करांगी। सो डाइट क्वालिटी है बेटा जिहड़ी, ਇਹ ਸਾਡੇ ਇੱਕ ਤੁਸੀਂ ਕਹਿ ਲਓ ਵੀ ਬਹੁਤ इंपॉर्टेंट है, बिकॉज पिछे जे भी असीं देखिया कोविड आया, जदों असीं सारे किवें स्टक हो गए, फस गए, तो उस सिचुएशन दे विच साडी डाइट एक ऐसी चीज़ सी जिसने सानू इस तो बाहर कढ़िया, क्योंकि डाइट ही सी जिहड़ी सानू इम्यूनिटी दिंदी है। कोविड दी अगर आपां गल करिए तो कोविड एक नॉर्मल वायरस है, इहदे च कोई डरन वाली गल नहीं है, हो गया ठीक है, रिकवर कर लोगे, नो प्रॉब्लम। बट उस दौरान तुसीं डाइट की लै रहे हो, या पिछले पुराने 10-15 साल 20 सालों के विच तुसीं की खादा होया, तुहाडी किस तरह की बॉडी बनी हुई है, बहुत इंपॉर्टेंट है। मीनस तुहाडे बॉडी दे विच कितनी इम्यूनिटी है, या जो तुसीं खा रहे हो तुहानू किस तरह बीमारी तो बचाएगा, ये चीज़ है जिहड़ी कि कोविड नाल लड़ी है, ठीक है ना। सो
ਚਾਹੇ ਕੋਵਿਡ ਦੇ ਸਿੰਪਟਮ ਸਵੀਅਰ ਨਹੀਂ ਆ, ਅੱਜ ਕੱਲ ਅਸੀਂ ਦੇਖ ਰਹੇ ਹਾਂ ਓਮਿਕਰੋਨ ਹੈ, ਇਹਦੇ ਸਿੰਪਟਮਸ ਇੰਨੇ ਸਵੀਅਰ ਵੀ ਨਹੀਂ ਆ, ਹਸਪੀਟਲਾਈਜੇਸ਼ਨ ਵੀ ਨਹੀਂ ਕੀਤੀ ਜਾਂਦੀ, ਬਟ ਅਗਰ ਸਾਡੀ ਡਾਈਟ ਕੁਆਲਿਟੀ ਅਸੀਂ ਸਹੀ ਰੱਖਦੇ ਹਾਂ ਤਾਂ ਉਹਦੇ ਵਿੱਚ ਅਸੀਂ ਬਹੁਤ ਆਸਾਨੀ ਨਾਲ ਇਸ ਆਪਣੇ ਆਪ ਨੂੰ ਕੋਵਿਡ ਦੀ ਸਿਚੁਏਸ਼ਨ ਦੇ ਵਿੱਚੋਂ ਬਾਹਰ ਕੱਢ ਸਕਦੇ ਹਾਂ ਤੇ ਆਪਣਾ ਇੱਕ ਜਿਹੜਾ ਡਿਜ਼ੀਜ਼ ਫ੍ਰੀ ਹੈ ਆਪਣੇ ਆਪ ਨੂੰ ਬਣਾ ਸਕਦੇ ਹਾਂ। ਦੈਨ ਡਾਈਟਰੀ ਡਾਈਵਰਸਿਫਿਕੇਸ਼ਨ ਨੂੰ ਮੈਂ ਬਹੁਤ ਹੀ ਸੌਖੇ ਸ਼ਬਦਾਂ 'ਚ ਅਗਰ ਐਕਸਪਲੇਨ ਕਰਾਂ ਤਾਂ ਮੈਂ ਗੱਲ ਕਰਾਂਗੀ ਇੱਕ ਪਲੇਟ ਦੀ, ਹੈ ਨਾ, ਜਿਹਨੂੰ ਅਸੀਂ ਕਹੀਏ ਮੇਰੀ ਪਲੇਟ, ਠੀਕ ਹੈ, ਮਾਈ ਇੰਡੀਅਨ ਪਲੇਟ। ਸੋ ਸਾਰੇ ਅਸੀਂ ਹੁਣ ਤਾਂ ਚਲੋ ਜ਼ਮਾਨਾ ਮਾਡਰਨ ਆ ਗਿਆ ਹੈ ਨਾ, ਅਸੀਂ ਇੰਡੀਆ ਦੇ ਵਿੱਚ ਵੀ ਬਹੁਤ ਆਪਣੇ ਫੋਰਨ ਕੰਟਰੀਜ਼ ਨੂੰ ਕਾਪੀ ਕਰਦੇ ਹਾਂ, ਬਟ ਅਗਰ ਅਸੀਂ ਆਪਣਾ ਪੁਰਾਣਾ ਸਿਸਟਮ ਅਡਾਪਟ ਕਰ ਲਈਏ, ਕੀ ਸੀ ਸਾਡਾ ਪੁਰਾਣਾ ਸਿਸਟਮ? ਥਾਲੀ ਸਿਸਟਮ ਸੀ, ਠੀਕ ਹੈ। ਅੱਜ ਵੀ ਅਸੀਂ ਆਪਣੀ ਪਲੇਟ ਅਸੀਂ ਇਹ ਮੰਨ ਕੇ ਚੱਲੀਏ ਵੀ ਆਹ ਮੇਰੀ ਪਲੇਟ ਹੈ, ਆਹ ਮੇਰੀ ਥਾਲੀ ਹੈ, ਮੇਰੀ ਥਾਲੀ ਦੇ ਵਿੱਚ ਕੀ ਕੀ ਹੋਣਾ ਚਾਹੀਦਾ, ਠੀਕ ਹੈ, that is dietary diversification। ਸੋ ਇੰਡੀਅਨ ਪਲੇਟ ਹੈ ਜਿਹੜੀ, ਮਾਈ ਇੰਡੀਅਨ ਪਲੇਟ ਦਾ ਕਨਸੈਪਟ ਹੈ ਜਿਹੜਾ, ਇਹ ਸਾਡਾ ਇੱਕ ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰੀਸ਼ਨ ਹੈ, ਹੈਦਰਾਬਾਦ ਇਹਦਾ ਸੈਂਟਰ ਹੈ, ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੁਆਰਾ ਇਸ ਨੂੰ ਗਾਈਡ ਕੀਤਾ ਜਾਂਦਾ ਹੈ। ਤਾਂ ਉਸਨੇ ਇਸ ਚੀਜ਼ ਨੂੰ ਰਿਵਾਈਵ ਕੀਤਾ ਹੈ ਪਿਛਲੇ 5 ਸਾਲਾਂ 'ਚ ਕਿ ਮੇਰੀ ਇੰਡੀਅਨ ਪਲੇਟ ਹੈ ਜਿਹੜੀ ਉਹ ਕਿੱਦਾਂ ਦੀ ਹੋਣੀ ਚਾਹੀਦੀ ਹੈ, ਮੇਰੀ ਪਲੇਟ ਦੇ ਵਿੱਚ ਕੀ ਹੋਣਾ ਚਾਹੀਦਾ। ਸੋ ਮੇਰੀ ਪਲੇਟ ਦੇ ਵਿੱਚ ਮੈਂ ਇਹ ਧਿਆਨ ਰੱਖਣਾ ਹੈ ਕਿ ਮੇਰੀ ਪਲੇਟ ਦੇ ਵਿੱਚ ਸਾਰੇ ਦੇ ਸਾਰੇ ਫੂਡ ਗਰੁੱਪਸ, ਜਿਹੜਾ ਮੈਂ ਹੁਣੇ ਤੁਹਾਡੇ ਨਾਲ ਅੱਗੇ ਸ਼ੇਅਰ ਕਰਾਂਗੀ ਕਿ ਕਿਹੜੇ ਕਿਹੜੇ ਫੂਡ ਗਰੁੱਪਸ ਨੇ ਉਹ ਜਿਹੜੇ ਕਿ ਮੈਂ ਆਪਣੀ ਥਾਲੀ ਦੇ ਵਿੱਚ ਲੈ ਕੇ ਆਉਣੇ ਆ, ਉਹ ਹੋਣੇ ਚਾਹੀਦੇ, ਰਾਈਟ। ਸੋ ਇਹ ਫੂਡ ਗਰੁੱਪਸ ਜਿਹੜੇ ਨੇ ਇਹ ਮੇਰੀ ਡਾਈਟ ਦਾ ਇੱਕ ਇੰਪੋਰਟੈਂਟ ਹਿੱਸਾ ਬਣਨੇ ਚਾਹੀਦੇ ਨੇ। ਇਹ ਇੱਕ ਦਿਨ ਦੀ ਗੱਲ ਨਹੀਂ ਕਰ ਰਹੀ ਹਾਂ, ਐਵਰੀ ਮੀਲ ਮੈਂ ਬ੍ਰੇਕਫਾਸਟ ਲੈ ਰਹੀ ਹਾਂ ਉਹਦੇ ਵਿੱਚ ਵੀ, ਮੈਂ ਲੰਚ ਲੈ ਰਹੀ ਹਾਂ ਉਹਦੇ ਵਿੱਚ ਵੀ, ਮੈਂ ਡਿਨਰ ਲੈ ਰਹੀ ਹਾਂ ਉਹਦੇ ਵਿੱਚ ਵੀ, ਸਾਰੇ ਦੇ ਸਾਰੇ ਫੂਡ ਗਰੁੱਪਸ ਜਿਹੜੇ ਨੇ ਹੋਣੇ ਚਾਹੀਦੇ, ਇੰਟੈਗਰਲ ਪਾਰਟ ਬਣਨਾ ਚਾਹੀਦਾ ਨੇ, ਮੇਰੀ ਡਾਈਟ ਦਾ ਇੱਕ ਇੰਪੋਰਟੈਂਟ ਹਿੱਸਾ ਬਣਨੇ ਚਾਹੀਦੇ ਨੇ, ਇੱਕ ਗੱਲ। ਸੋ ਹੁਣ ਮੈਂ ਗੱਲ ਕਰਦੀ ਹਾਂ ਦੂਸਰੇ ਨੰਬਰ ਤੇ ਫੂਡ ਗਰੁੱਪਸ ਦੀ। ਮੈਂ ਥਾਲੀ ਦੀ ਗੱਲ ਕਰੀ, ਹੁਣ ਆਹ ਥਾਲੀ ਆ ਮੰਨ ਲਓ, ਠੀਕ ਹੈ, ਇਸ ਥਾਲੀ ਨੂੰ ਅਸੀਂ 4 ਹਿੱਸਿਆਂ 'ਚ ਡਿਵਾਈਡ ਕਰ ਦੋ, ਹਾਫ ਐਂਡ ਦੈਨ ਅਗੇਨ ਹਾਫ, ਠੀਕ ਹੈ, 4 ਹਿੱਸੇ ਬਣ ਗਏ ਥਾਲੀ ਦੇ। ਹੁਣ ਅਗਰ ਆਪਾਂ ਇਧਰਲੇ ਹਿੱਸੇ ਦੀ ਗੱਲ ਕਰੀਏ, 50% ਪੋਰਸ਼ਨ ਜਿਹੜਾ ਹੈ ਥਾਲੀ ਦਾ, ਉਹ ਮੇਰਾ ਬਹੁਤ ਇੰਪੋਰਟੈਂਟ ਗਰੁੱਪ ਹੈ, ਉਹ ਹੈ ਸਬਜ਼ੀਆਂ ਦਾ ਤੇ ਫਲਾਂ ਦਾ। 50% ਰਿਮੈਂਬਰ, ਤੁਸੀਂ ਖਾਣਾ ਖਾਂਦੇ ਹੋ ਆਪਣੀ ਥਾਲੀ ਦੇ ਵਿੱਚ ਅੱਧਾ ਡਿਵਾਈਡ ਕਰ ਲਓ, ਉਹਦੇ ਵਿੱਚ ਕੀ ਹੋਣਾ ਚਾਹੀਦਾ? ਫਲ ਤੇ ਸਬਜ਼ੀਆਂ ਹੋਣੀਆਂ ਚਾਹੀਦੀਆਂ 50%। ਔਰ ਇਹ ਫਲ ਤੇ ਸਬਜ਼ੀਆਂ ਕਿੱਦਾਂ ਦੀਆਂ ਹੋਣੀਆਂ ਚਾਹੀਦੀਆਂ ਨੇ? ਸੀਜ਼ਨਲ, ਠੀਕ ਹੈ। ਹੁਣੇ ਗੱਲ ਕਰੀ ਨਾ ਮੈਂ, ਖੁਰਾਕ ਮੇਰੀ ਮੌਸਮੀ ਰਵਾਇਤੀ, ਠੀਕ ਹੈ, ਉਹ ਸੀਜ਼ਨਲ ਹੋਣੀਆਂ ਚਾਹੀਦੀਆਂ ਨੇ, ਲੋਕਲ ਹੋਣੀਆਂ ਚਾਹੀਦੀਆਂ ਨੇ, ਨੰਬਰ 2। ਔਰ ਨੰਬਰ 3 ਜਿਹੜਾ ਹੈ ਉਹ ਸਸਟੇਨੇਬਲ ਹੋਣੀਆਂ ਚਾਹੀਦੀਆਂ, ਠੀਕ ਹੈ। ਤੇ ਜੇ ਉਹਨਾਂ ਨੂੰ ਕੁਕਿੰਗ ਦੀ ਲੋੜ ਹੈ ਤਾਂ ਕਰਨੀ ਆ, ਅਦਰਵਾਈਜ਼ ਨਾ ਕਰੋ। ਫਰੂਟਸ ਨੇ ਤੁਸੀਂ ਐਸ ਸੱਚ ਲੈ ਸਕਦੇ ਹੋ। ਹੁਣ ਇਹ 50% ਥਾਲੀ ਦੇ ਵਿੱਚ ਵੀ ਕੀ ਹੈ ਕਿ 3/4 ਪੋਰਸ਼ਨ ਜਿਹੜਾ ਹੈ ਸਬਜ਼ੀਆਂ ਦਾ ਹੋਵੇ ਤੇ ਜਸਟ 1/4 ਪੋਰਸ਼ਨ ਫਲਾਂ ਦਾ ਹੋਵੇ, ਠੀਕ ਹੈ ਬੇਟਾ, ਸਮਝ ਆ ਰਹੀ ਹੈ? ਇਹਨੂੰ ਤੁਸੀਂ ਧਿਆਨ 'ਚ ਰੱਖਣਾ ਹੈ। ਸਬਜ਼ੀਆਂ ਨੂੰ ਤੁਸੀਂ ਹਲਕਾ ਜਿਹਾ ਕੁੱਕ ਕਰ ਲਓ, ਪਰ ਕੁਝ ਤੱਤ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਜ਼ਿਆਦਾ ਕੁਕਿੰਗ ਕਰਦੇ ਆ ਅਸੀਂ ਖਰਾਬ ਹੋ ਜਾਂਦੇ ਨੇ, ਜਿਵੇਂ ਵਿਟਾਮਿਨ ਸੀ ਹੈ, ਉਹ ਬਹੁਤ ਈਜ਼ੀਲੀ ਡਿਸਟਰੋਏ ਹੋ ਜਾਂਦਾ ਹੈ। ਸੋ ਇਹ ਧਿਆਨ ਰੱਖਣਾ ਅਸੀਂ ਕੁਕਿੰਗ ਵੇਲੇ ਕਿ ਮਾਈਲਡਲੀ ਕੁੱਕ ਕਰਨਾ ਹੈ, ਜਿੰਨੀ ਕੁ ਲੋੜ ਹੈ ਉਨੀ ਕੁ ਕੁਕਿੰਗ ਕਰਨੀ ਹੈ। ਜੇ ਲੋੜ ਹੈ ਜਿਹੜੇ ਫਰੂਟਸ ਨੇ ਤੁਸੀਂ ਉਹਨਾਂ ਨੂੰ ਐਸ ਸੱਚ ਅੱਗੇ ਆਪਣੀ ਥਾਲੀ ਦੇ ਵਿੱਚ ਇਨਕਲੂਡ ਕਰ ਸਕਦੇ ਹੋ, ਠੀਕ ਹੈ ਜੀ। ਹੁਣ ਇਸ ਗਰੁੱਪ ਦੇ ਵਿੱਚੋਂ ਮੈਨੂੰ ਕੀ ਮਿਲੇਗਾ? ਫਰੂਟਸ ਐਂਡ ਵੈਜੀਟੇਬਲਸ ਦੀ ਗਰੁੱਪ ਦੀ ਮੈਂ ਗੱਲ ਕਰਦੀ ਹਾਂ। ਬੇਸਿਕਲੀ ਇਹ ਗਰੁੱਪ ਮੈਨੂੰ ਦੇਗਾ ਐਂਟੀਆਕਸੀਡੈਂਟਸ। ਐਂਟੀਆਕਸੀਡੈਂਟਸ ਕੀ ਹੁੰਦੇ ਨੇ? ਸਾਡੇ ਨਾਲ ਸਾਡੇ ਬਾਡੀ ਦੇ ਵਿੱਚ ਬਿਮਾਰੀ ਨਾਲ ਲੜਨ ਦੇ ਵਿੱਚ ਸਾਡੀ ਹੈਲਪ ਕਰਦੇ ਨੇ। ਦੈਨ ਵਿਟਾਮਿਨਸ, ਮਿਨਰਲਸ ਭਰਪੂਰ ਹੈ, ਠੀਕ ਹੈ। ਇਹ ਗਰੁੱਪ ਵਿਟਾਮਿਨਸ ਐਂਡ ਮਿਨਰਲਸ ਨਾਲ ਭਰਪੂਰ ਹੈ, ਠੀਕ ਹੈ। ਵਿਟਾਮਿਨਸ ਐਂਡ ਮਿਨਰਲਸ ਹੀ ਇਹੋ ਜਿਹੀ ਇੱਕ ਤੱਤ ਨੇ ਜਿਹੜੇ ਕਿ ਸਾਨੂੰ ਬਿਮਾਰੀ ਨਾਲ ਲੜਨ ਤੋਂ ਬਚਾਉਂਦੇ। ਐਕਸਕਿਊਜ਼ ਮੀ। Then third thing ਜਿਹੜਾ ਇਹ ਗਰੁੱਪ ਸਾਨੂੰ ਪ੍ਰੋਵਾਈਡ ਕਰੇਗਾ, that is the fiber, dietary fiber, ਠੀਕ ਹੈ। ਸੋ ਡਾਈਟਰੀ ਫਾਈਬਰ ਦੀ ਮੈਂ ਫਿਰ ਕਦੇ ਡਿਟੇਲ 'ਚ ਗੱਲ ਕਰਾਂਗੀ, ਬਟ ਬੇਸਿਕਲੀ ਇਹ ਜਿਹੜੀ ਡਾਈਟਰੀ ਫਾਈਬਰ ਹੈ ਸਾਨੂੰ ਬਹੁਤ ਜ਼ਿਆਦਾ ਫਲਾਂ ਤੇ ਸਬਜ਼ੀਆਂ ਤੋਂ ਮਿਲਦੀ ਹੈ। ਸੋ ਫਲ ਜਿਹੜੇ ਨੇ ਮਤਲਬ ਸਾਨੂੰ ਜੂਸ ਫਾਰਮ 'ਚ ਨਾ ਲਈਏ, ਅਸੀਂ ਉਹਨਾਂ ਨੂੰ ਹੋਲ ਫਰੂਟਸ ਦੇ ਤਰ੍ਹਾਂ ਕੰਜ਼ਿਊਮ ਕਰੀਏ, ਕਿਉਂਕਿ ਛਿਲਕੇ ਦੇ ਵਿੱਚ, ਬੀਜ ਦੇ ਵਿੱਚ, ਪਲਪ ਦੇ ਵਿੱਚ, ਈਵਨ ਜਿਹੜੇ ਧਾਗੇ ਹੁੰਦੇ ਨੇ ਫਲਾਂ ਦੇ ਵਿੱਚ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਫਾਈਬਰ ਹੁੰਦੀ ਹੈ, ਸੋਲਿਊਬਲ ਫਾਈਬਰ ਹੁੰਦੀ ਹੈ, ਜਿਹੜੀ ਸਾਡੀ ਬਾਡੀ ਨੂੰ ਬਹੁਤ ਜ਼ਿਆਦਾ ਰਿਕੁਆਇਰਡ ਹੈ। ਸੋ ਇਹ ਗੱਲ ਹੋ ਗਈ ਫਲਾਂ ਤੇ ਸਬਜ਼ੀਆਂ ਦੀ। ਅੱਛਾ, ਦੂਸਰੀ ਗੱਲ ਇਹਦੇ ਵਿੱਚ ਅਸੀਂ ਇਹ ਵੀ ਦੇਖਣਾ ਹੈ ਕਿ ਕਲਰਡ, ਸਾਡੀ ਥਾਲੀ ਦੇ ਵਿੱਚ ਜਿਹੜੇ ਫਲ ਤੇ ਸਬਜ਼ੀਆਂ ਹੋਣਗੀਆਂ ਉਹ ਕਲਰਡ ਹੋਣੀਆਂ ਚਾਹੀਦੀਆਂ। ਐ ਨਹੀਂ ਵੀ ਇੱਕੋ ਹੀ ਸਬਜ਼ੀ ਰੱਖ ਲਈ, ਹਰਾ ਹੈ ਤਾਂ ਹਰਾ ਹੀ ਰੱਖ ਲਿਆ ਸਾਰਾ, ਨੋ। ਹਰੀਆਂ ਸਬਜ਼ੀਆਂ,
ग्रीन लीफी वेजिटेबल्स ਇਹਦੇ ਵਿੱਚ ਬਾਥੂ ਹੈ, ਮੇਥੀ ਹੈ, ਚੁਲਾਈ ਹੈ, ਧਨੀਆ ਹੈ, ਹਰੀ ਮਿਰਚ ਹੈ, ਕੈਪਸਿਕਮ ਹੈ, ਕੈਬੇਜ ਹੈ, ਸੋ ਮੈਨੀ ਸੀਜ਼ਨਲ ਲੈਣੀਆਂ ਨੇ ਅਸੀਂ। ਤੇ ਹਰੀਆਂ ਸਬਜ਼ੀਆਂ ਆ ਗਈਆਂ, ਪੀਲੀਆਂ ਸਬਜ਼ੀਆਂ ਆ ਗਈਆਂ, ਲਾਲ ਸਬਜ਼ੀਆਂ ਆ ਗਈਆਂ। ਇਸ ਤਰ੍ਹਾਂ ਅਸੀਂ ਰੰਗ, ਸਾਰੇ ਰੰਗ ਸਬਜ਼ੀਆਂ ਦੇ ਵਿੱਚ ਨਾਲੇ ਅਸੀਂ ਫਲਾਂ ਦੇ ਵਿੱਚ ਇਨਕਲੂਡ ਕਰਦੇ ਹਾਂ, ਰਾਈਟ। ਸੋ ਕਲਰਡ ਪਲੇਟ ਦਾ ਕਨਸੈਪਟ ਹੈ ਜਿਹੜਾ, ਇਹ ਲੇਟੈਸਟ ਅਸੀਂ ਇਸ ਤੇ ਕੰਮ ਕਰ ਰਹੇ ਹਾਂ, ਕਿਉਂਕਿ ਜਿੰਨਾ ਕਲਰ ਅਸੀਂ ਆਪਣੀ ਡਾਈਟ ਦੇ ਵਿੱਚ ਲੈ ਕੇ ਆਵਾਂਗੇ, ਜਿੰਨਾ ਕਲਰ ਅਸੀਂ ਆਪਣੀ ਪਲੇਟ ਦੇ ਵਿੱਚ ਲੈ ਕੇ ਆਵਾਂਗੇ, ਉਨੇ ਹੀ ਸਾਡੀ ਬਾਡੀ ਨੂੰ ਫਾਈਟੋਕੈਮੀਕਲਸ ਮਿਲਣਗੇ, ਜਾਂ ਅਸੀਂ ਕਹਿੰਦੇ ਹਾਂ ਜਿਨ੍ਹਾਂ ਨੂੰ ਐਂਟੀਆਕਸੀਡੈਂਟਸ ਮਿਲਣਗੇ, ਜਿਹੜੇ ਕਿ ਸਾਡੀ ਬਾਡੀ ਦੇ ਵਿੱਚ ਬਿਮਾਰੀ ਨਾਲ ਲੜਨ ਦੇ ਵਿੱਚ ਸਾਡੀ ਹੈਲਪ ਕਰਦੇ। ਸੋ ਇਹ ਤਾਂ ਗੱਲ ਹੋ ਗਈ ਹਾਫ ਥਾਲੀ ਦੀ। 50% ਪੋਰਸ਼ਨ ਸਾਡਾ ਕਿਹੜਾ ਹੋਣਾ ਚਾਹੀਦਾ? ਸਬਜ਼ੀਆਂ ਦਾ ਤੇ ਫਲਾਂ ਦਾ। ਹੁਣ ਦੂਸਰੇ ਨੰਬਰ ਤੇ ਆ ਜਾਓ, ਜਿਹੜੇ ਅੱਧਾ ਪੋਰਸ਼ਨ ਥਾਲੀ ਦਾ ਆਪਾਂ ਡਿਵਾਈਡ ਕੀਤਾ ਸੀ ਇਸ ਤਰੀਕੇ ਨਾਲ, ਆ ਤਾਂ ਫਲ ਤੇ ਸਬਜ਼ੀਆਂ ਹੋ ਗਈਆਂ, ਜਿਹੜਾ ਅੱਧਾ ਇੱਧਰਲਾ ਬਚ ਗਿਆ ਉਹਦੇ ਵਿੱਚ ਕੀ ਹੋਣਾ ਚਾਹੀਦਾ? ਪ੍ਰੋਟੀਨ, ਹਾਫ ਪ੍ਰੋਟੀਨ ਤੇ ਹਾਫ ਸੀਰੀਅਲਸ, ਠੀਕ ਹੈ। ਸੋ ਪ੍ਰੋਟੀਨ ਸਾਡੇ ਵਿੱਚ, ਸਾਡੀ ਡਾਈਟ ਦੇ ਵਿੱਚ ਬਹੁਤ ਅਹਿਮ ਰੋਲ ਪਲੇ ਕਰਦੇ ਨੇ। ਪ੍ਰੋਟੀਨ ਕਿੱਦਾਂ ਦੇ ਹੋਣੇ ਚਾਹੀਦੇ ਆ? ਕੁਆਲਿਟੀ ਵਾਈਜ਼ ਚੰਗੇ ਹੋਣੇ ਚਾਹੀਦੇ ਆ, ਕੁਆਂਟੀਟੀ ਵੀ ਦੇਖਣੀ ਹੈ, ਕੁਆਲਿਟੀ ਵੀ ਦੇਖਣੀ ਹੈ, ਦੋਨੋਂ ਚੀਜ਼ਾਂ ਦੇਖਣੀਆਂ। ਤੇ ਬੇਟਾ ਅਸੀਂ ਇਸ ਚੀਜ਼ ਨੂੰ ਬਹੁਤ ਧਿਆਨ ਦੇ ਵਿੱਚ ਰੱਖਣਾ ਹੈ ਕਿ ਸਾਡਾ 50% ਜਿਹੜਾ ਪ੍ਰੋਟੀਨ ਦਾ ਪੋਰਸ਼ਨ ਹੈ ਉਹ ਪਲਾਂਟ ਫੂਡਸ ਤੋਂ ਆਵੇ। ਦਿਸ ਇਜ਼ ਵੈਰੀ ਇੰਪੋਰਟੈਂਟ, ਬਿਕਾਜ਼ ਜਦੋਂ ਅਸੀਂ ਗੱਲ ਕਰਦੇ ਹਾਂ ਸਸਟੇਨੇਬਿਲਿਟੀ ਦੀ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਆਪਣੇ এনवायरमेंट ਨੂੰ ਹੈਲਦੀ ਰੱਖਣਾ ਹੈ, ਤਾਂ ਅਸੀਂ ਐਨੀਮਲ ਪ੍ਰੋਟੀਨ ਨੂੰ ਘਟਾ ਦੇਣਾ ਆਪਣੀ ਡਾਈਟ ਦੇ ਵਿੱਚ, ਰਾਈਟ। ਸੋ ਪਲਾਂਟ ਪ੍ਰੋਟੀਨ ਦੇ ਵਿੱਚ ਸਾਡੇ ਕੋਲ ਕੀ ਸੋਰਸਸ ਨੇ? ਦਾਲਾਂ ਨੇ, ਠੀਕ ਹੈ, ਦਾਲਸ, ਪਲਸਸ, ਰਾਜਮਾ ਹੋ ਗਏ, ਛੋਲੇ ਹੋ ਗਏ, ਬੀਨਸ ਹੋ ਗਈਆਂ, ਦੈਨ ਨਟਸ ਐਂਡ ਆਇਲ ਸੀਡਸ ਨੇ ਸਾਡੇ ਕੋਲ, ਮਿਲਕ ਐਂਡ ਮਿਲਕ ਪ੍ਰੋਡਕਟਸ ਨੇ, ਐਗ ਆ ਗਿਆ, ਫਿਸ਼ ਆ ਗਈ, ਪੋਲਟਰੀ ਆ ਗਈ, ਇਹ ਸਾਰੇ ਪ੍ਰੋਟੀਨ ਦੇ ਸੋਰਸਸ ਨੇ, ਰਾਈਟ। ਸੋ ਅਸੀਂ ਇਹ ਪ੍ਰੋਟੀਨ ਦੇ ਸੋਰਸਸ, ਇਹਦੇ ਵਿੱਚ ਵੀ 50% ਸਾਡੇ ਪਲਾਂਟ ਬੇਸਡ ਹੋਣੇ ਚਾਹੀਦੇ ਨੇ, ਰਾਈਟ। ਦੈਨ ਥਰਡ ਜਿਹੜਾ ਹਾਫ ਅਸੀਂ ਪ੍ਰੋਟੀਨ ਕਰਤਾ, ਤੇ ਜਿਹੜਾ ਹਾਫ ਪਲੇਟ ਸਾਡਾ ਕਨਸੈਪਟ ਰਹਿ ਗਿਆ, ਉਹਦੇ ਵਿੱਚ ਅਸੀਂ ਇਨਕਲੂਡ ਕਰਾਂਗੇ ਹੋਲ ਗ੍ਰੇਨ ਸੀਰੀਅਲਸ। ਰਿਮੈਂਬਰ, ਮੈਂ ਕੱਲੇ ਸੀਰੀਅਲਸ ਨਹੀਂ ਕਹਿ ਰਹੀ ਹਾਂ, ਮੈਂ ਹੋਲ ਗ੍ਰੇਨ ਸੀਰੀਅਲਸ ਕਹਿ ਰਹੀ ਹਾਂ। ਮੀਨ ਸੀਰੀਅਲਸ ਅਸੀਂ ਹੋਲ ਗ੍ਰੇਨ ਲੈਣੇ ਆ, ਸਾਬਤ ਲੈਣੇ ਆ, ਕੋਰਸ ਲੈਣੇ ਆ। ਅਸੀਂ ਮੈਦਾ ਨਹੀਂ ਖਾਣਾ, ਅਸੀਂ ਬ੍ਰੈਡ ਨਹੀਂ ਖਾਣੀ, ਅਸੀਂ ਪਾਸਤਾ ਨਹੀਂ ਖਾਣਾ। ਕੀ ਖਾਣਾ ਹੈ ਅਸੀਂ? ਹੋਲ ਗ੍ਰੇਨਸ, ਵੀਟ, ਰਾਈਟ। ਬ੍ਰਾਊਨ ਵਾਈਟ ਰਾਈਸ ਦੀ ਜਗ੍ਹਾ ਤੁਸੀਂ ਬ੍ਰਾਊਨ ਰਾਈਸ ਇਨਕਲੂਡ ਕਰ ਸਕਦੇ ਹੋ। ਜਾਂ ਅੱਜ ਕੱਲ ਜਿਹੜਾ ਲੇਟੈਸਟ ਕਨਸੈਪਟ ਹੈ ਸੀਰੀਅਲਸ ਦੇ ਵਿੱਚ, ਉਹ ਮਿਲਟਸ ਦਾ ਚੱਲ ਰਿਹਾ, ਠੀਕ ਹੈ। ਸੋ ਮਿਲਟਸ ਅਸੀਂ ਅਗਲਾ ਸਾਲ ਜਿਹੜਾ ਹੈਗਾ 2023 ਸਾਡੇ ਰਿਸਪੈਕਟਡ ਪ੍ਰਾਈਮ ਮਿਨਿਸਟਰ ਵੱਲੋਂ ਅਸੀਂ ਇੰਟਰਨੈਸ਼ਨਲ ਮਿਲਟਸ ਡੇ ਮਨਾ ਰਹੇ ਹਾਂ। ਸੋ ਉਹਦੇ ਵਿੱਚ ਆਈ ਥਿੰਕ ਮਿਲਟਸ ਦੁਨੀਆ ਤੋਂ ਜਿਹੜੇ ਅਲੋਪ ਹੋ ਚੁੱਕੇ ਨੇ, ਸਾਡਾ ਟ੍ਰੈਡੀਸ਼ਨ ਹੈ, ਸਾਡਾ ਕਲਚਰ ਹੈ ਮਿਲਟਸ। ਕੋਦਰਾ ਹੈ ਨਾ, ਸਾਰਿਆਂ ਨੇ ਸੁਣਿਆ ਹੋਇਆ, ਕੋਦਰਾ ਹੋ ਗਿਆ, ਜਵਾਰ ਹੋ ਗਿਆ, ਬਾਜਰਾ ਹੋ ਗਿਆ, ਰਾਗੀ ਹੋ ਗਈ, ਫੌਕਸਟੇਲ ਮਿਲਟਸ ਹੋ ਗਏ, ਸਮਾਲ ਮਿਲਟਸ ਹੋ ਗਏ। ਸਿਮਿਲਰਲੀ 5-6 ਮਿਲਟਸ ਨੇ ਜਿਹੜੇ ਬਹੁਤ ਇੰਪੋਰਟੈਂਟ ਨੇ, ਇਹਨਾਂ ਨੂੰ ਅਸੀਂ ਰਿਵਾਈਵ ਕਰਨਾ। ਪੁਰਾਣੇ ਸਮੇਂ 'ਚ ਵੀ ਅਗਰ ਅਸੀਂ ਜਾਈਏ ਤਾਂ ਗੁਰੂ ਨਾਨਕ ਦੇਵ ਜੀ ਕੋਦਰੇ ਦਾ ਆਟਾ ਖਾਂਦੇ ਸੀ, ਠੀਕ ਹੈ, ਕੋਦਰੇ ਦਾ ਆਟਾ ਖਾਂਦੇ ਸੀ। ਉਹਨਾਂ ਨੇ ਕਦੇ ਦੁੱਧ ਨਹੀਂ ਸੀ ਪੀਤਾ ਆਪਣੀ ਜ਼ਿੰਦਗੀ ਦੇ ਵਿੱਚ। ਸੀ ਮਿਲਕ ਪ੍ਰੋਡਕਟਸ ਦੀ ਕਿੰਨੀ ਇੰਪੋਰਟੈਂਸ। ਅਸੀਂ ਕਹਿੰਦੇ ਦੁੱਧ ਬਿਨਾਂ ਤਾਂ ਸਾਡਾ ਨਿਊਟ੍ਰੀਸ਼ਨ ਹੀ ਨਹੀਂ ਹੋਣੀ, ਕੈਲਸ਼ੀਅਮ ਨਹੀਂ ਮਿਲਣਾ ਸਾਨੂੰ, ਠੀਕ ਹੈ। ਸੋ ਉਹੀ ਕੈਲਸ਼ੀਅਮ ਤੁਸੀਂ ਇਹਨਾਂ ਮਿਲਟਸ ਤੋਂ ਐਕਸਟ੍ਰੈਕਟ ਕਰ ਸਕਦੇ ਹੋ। ਮਿਲਟਸ ਦੇ ਜਿਹੜੇ ਸੀਡਸ ਨੇ, ਇਹਨਾਂ ਦਾ ਤੁਸੀਂ ਦੁੱਧ ਬਣਾ ਸਕਦੇ ਹੋ। ਤੇ ਇਸ ਦੁੱਧ ਦੇ ਵਿੱਚ ਜਿਹੜਾ ਕੈਲਸ਼ੀਅਮ ਹੋਏਗਾ, that is 10 times more as compared to the calcium found in the animal milk, right? This is very important. So ਅਸੀਂ ਕੋਰਸ ਸੀਰੀਅਲਸ ਦੀ ਜਦੋਂ ਗੱਲ ਕਰਦੇ ਹਾਂ, ਕੋਰਸ ਸੀਰੀਅਲਸ ਦੇ ਵਿੱਚ ਨੰਬਰ 1 ਸਾਡੇ ਕੋਲ ਆ ਗਏ ਨੇ ਸਾਬਤ ਸੀਰੀਅਲਸ, then ਨਿਊਟਰੀ ਸੀਰੀਅਲਸ, and third is the millets, right? then ਅਸੀਂ ਇਸ ਚੀਜ਼ ਨੂੰ ਹੁਣ ਜਿੰਨੇ ਮੈਂ ਫੂਡ ਗਰੁੱਪਸ ਤੁਹਾਡੇ ਨਾਲ ਗੱਲ ਕੀਤੀ ਹੈ, ਹੋਲ ਗ੍ਰੇਨਸ ਆ ਗਏ, ਪਲਸਸ ਆ ਗਏ, ਪ੍ਰੋਟੀਨ ਗਰੁੱਪ ਆ ਗਿਆ, ਤੇ ਸਭ ਤੋਂ ਇੰਪੋਰਟੈਂਟ ਗਰੁੱਪ ਸੀ ਜਿਹੜਾ ਫਲਾਂ ਤੇ ਸਬਜ਼ੀਆਂ ਦਾ। ਇਹਨਾਂ ਸਾਰਿਆਂ ਦੇ ਵਿੱਚ ਅਸੀਂ ਬੈਲੈਂਸ ਕ੍ਰੀਏਟ ਕਰਨਾ ਹੈ। ਮੀਨ ਸਾਡੀ ਪਲੇਟ ਦੇ ਵਿੱਚ ਇਹ ਤਿੰਨੋਂ ਦੇ ਤਿੰਨੋਂ ਹੋਣੇ ਚਾਹੀਦੇ ਨੇ। ਹਾਂ, ਇੱਕ ਗੱਲ ਹੋਰ, ਜੇ ਅਸੀਂ ਇਹਨਾਂ ਤੋਂ ਇਲਾਵਾ ਇੱਕ ਅੱਧਾ ਮਿਲਕ ਐਂਡ ਮਿਲਕ ਪ੍ਰੋਡਕਟਸ ਦੀ ਸਰਵਿੰਗ ਹੈ, ਚਾਹੇ ਉਹ ਦੁੱਧ ਦੀ ਫਾਰਮ 'ਚ ਹੈ, ਚਾਹੇ ਉਹ ਕਰਡ ਦੀ ਫਾਰਮ 'ਚ ਹੈ, ਉਹ ਅਸੀਂ ਆਪਣੇ ਨਾਲ ਪਲੇਟ ਤੇ ਰੱਖ ਸਕਦੇ ਹਾਂ। that is an additional benefit to our Indian plate, right? ਤੇ ਹੁਣ ਤੀਸਰੀ ਮੈਂ ਗੱਲ ਕਰਾਂਗੀ ਨਿਊਟ੍ਰੀਐਂਟ ਬਾਇਓ ਅਵੇਲੇਬਿਲਿਟੀ ਦੀ, ਕਿ ਜਿਹੜਾ ਵੀ ਅਸੀਂ ਗਰੁੱਪ ਕੰਜ਼ਿਊਮ ਕਰ ਰਹੇ ਹਾਂ ਇੰਡੀਅਨ ਪਲੇਟ ਚੋਂ, ਉਹਦੇ ਵਿੱਚ ਅਸੀਂ ਦੇਖਣਾ ਹੈ ਕਿ ਅਸੀਂ 2 ਗਰੁੱਪਸ ਨੂੰ ਇਕੱਠਾ ਕੰਬਾਈਨ ਕਰਨਾ, ਤਾਂ ਹੀ ਸਾਡੀ ਬਾਡੀ ਦੇ ਵਿੱਚ ਉਸ ਦੀ ਐਬਜ਼ੌਰਪਸ਼ਨ ਹੋਊਗੀ, ਜਾਂ ਇਹ ਕਹਿ ਲਓ ਉਸ ਦੀ ਅਵੇਲੇਬਿਲਿਟੀ ਹੋਊਗੀ। ਉਹ ਕਿਸ ਤਰ੍ਹਾਂ? ਮੰਨ ਲਓ ਸੀਰੀਅਲਸ ਦਾ ਇੱਕ ਗਰੁੱਪ ਹੈ, ਸੀਰੀਅਲਸ ਦੇ ਵਿੱਚ ਅਸੀਂ ਚੌਲ ਲੈ ਲਏ, ਚੌਲ ਦੇ ਨਾਲ ਅਸੀਂ ਕੀ ਕੰਬਾਈਨ ਕਰਨਾ ਹੈ? ਦਾਲ ਕੰਬਾਈਨ ਕਰਨੀ ਹੈ, ਤਾਂ ਕੀ ਬਣ ਜਾਂਦਾ? ਖਿਚੜੀ, which is
ਕੰਜ਼ਿਊਮਡ ਇਨ ਐਵਰੀ ਹਾਊਸਹੋਲਡ। ਅੱਜ ਅਸੀਂ ਇਹਨੂੰ ਖਿਚੜੀ ਨੂੰ ਕੁਝ ਮੰਨਦੇ ਨਹੀਂ ਹੈਗੇ, ਅਸੀਂ ਕਹਿੰਦੇ ਬਿਮਾਰਾਂ ਦਾ ਖਾਣਾ ਹੈ। ਪਰ ਇੱਕ ਗੱਲ ਮੈਂ ਤੁਹਾਨੂੰ ਦੱਸਦਾ, ਖਿਚੜੀ ਜਿਹੜੀ ਹੈ ਸਾਡੀ ਪੁਰਾਣੀ ਹੈ, ਟ੍ਰੈਡੀਸ਼ਨ ਹੈ ਸਾਡੀ। ਇੱਕ ਕਿਸੇ ਨੇ ਬਹੁਤ ਵਧੀਆ ਕਿਹਾ, ਖਿਚੜੀ ਦੇ 3 ਯਾਰ, ਅਚਾਰ, ਚਟਨੀ, ਪਾਪੜ ਤੇ ਅਚਾਰ। ਸੋ ਇੰਨੀ ਹੈਲਦੀ ਹੈ ਖਿਚੜੀ, ਰਾਈਟ। ਸੋ ਖਿਚੜੀ ਜਦੋਂ ਤੁਸੀਂ ਕੰਜ਼ਿਊਮ ਕਰਦੇ ਹੋ ਤਾਂ ਜਿਹੜੀਆਂ ਪ੍ਰੋਟੀਨਸ ਦਾਲਾਂ ਦੇ ਵਿੱਚ ਨੇ ਉਹ ਸੀਰੀਅਲਸ 'ਚ ਨਹੀਂ ਹੈਗੀਆਂ, ਤੇ ਕੁਝ ਪ੍ਰੋਟੀਨ ਸੀਰੀਅਲਸ ਨੇ ਉਹ ਦਾਲਾਂ ਦੇ ਵਿੱਚ ਨਹੀਂ ਹੈਗੀਆਂ। ਸੋ ਜਦੋਂ ਤੁਸੀਂ ਖਿਚੜੀ ਦੀ ਫਾਰਮ ਦੇ ਵਿੱਚ ਉਹ ਫੂਡ ਨੂੰ ਕੰਜ਼ਿਊਮ ਕਰਦੇ ਹੋ ਤਾਂ ਤੁਹਾਨੂੰ 100% ਪ੍ਰੋਟੀਨਸ ਮਿਲ ਗਈਆਂ। ਮੀਨਸ ਉਹਦੀ ਕਮੀ ਉਹਨੇ ਪੂਰੀ ਕਰ ਲਈ, ਉਹਦੀ ਕਮੀ ਦੂਸਰੇ ਨੇ ਪੂਰੀ ਕਰ ਲਈ। ਸੋ ਦਿਸ ਇਜ਼ ਐਨ ਐਕਸਲੈਂਟ ਕੰਬੀਨੇਸ਼ਨ ਆਫ ਸੀਰੀਅਲਸ ਐਂਡ ਪਲਸਸ, ਰਾਈਟ। ਨਾਲ ਬਟ ਅਸੀਂ ਇਹ ਵੀ ਦੇਖਣਾ ਹੈ ਕਿ ਕੁਝ ਮਿਨਰਲਸ ਅਸੀਂ ਆਪਣੀ ਡਾਈਟ ਦੇ ਵਿੱਚ ਇਨਕਲੂਡ ਕਰਨੇ ਆ, ਜਿਵੇਂ ਆਇਰਨ ਹੈ, ਕੈਲਸ਼ੀਅਮ ਹੈ, ਵਿਟਾਮਿਨ ਸੀ ਹੈ, ਕਿਉਂਕਿ ਇਹਨਾਂ ਦੀ ਐਬਜ਼ੌਰਪਸ਼ਨ ਤਾਂ ਹੀ ਹੋਊਗੀ ਜਾਂ ਇਹਨਾਂ ਦੀ ਬਾਇਓ ਅਵੇਲੇਬਿਲਿਟੀ ਹੈ ਸਾਡੇ ਸਰੀਰ 'ਚ ਤਾਂ ਹੀ ਹੋਊਗੀ ਜਦੋਂ ਅਸੀਂ ਕੰਬੀਨੇਸ਼ਨ ਦੇ ਵਿੱਚ ਇਹ ਚੀਜ਼ਾਂ ਲਵਾਂਗੇ। ਮੀਨਸ ਖਿਚੜੀ ਦੇ ਵਿੱਚ ਤੁਸੀਂ ਆਇਰਨ ਕਿਵੇਂ ਐਡ ਕਰ ਸਕਦੇ ਹੋ? ਹਲਕੀ ਜੀ ਪਾਲਕ ਕੱਟ ਕੇ ਪਾ ਸਕਦੇ ਹੋ, ਧਨੀਆ ਕੱਟ ਕੇ ਬਾਅਦ ਗਾਰਨਿਸ਼ਿੰਗ ਕਰ ਸਕਦੇ ਹੋ। ਸੋ ਬਹੁਤ ਸਾਰੀਆਂ ਵੇਜ਼ ਨੇ, ਬਹੁਤ ਸਾਰੇ ਮੈਥਡਸ ਨੇ ਜਿਨ੍ਹਾਂ ਨਾਲ ਤੁਸੀਂ ਇਹਨਾਂ ਦੀ ਨਿਊਟ੍ਰੀਸ਼ਨਲ ਕੁਆਲਿਟੀ ਜਿਹੜੀ ਹੈ ਉਹ ਇੰਪਰੂਵ ਕਰ ਸਕਦੇ ਹੋ। ਸੋ ਅਗਲੀ ਗੱਲ ਜਿਹੜੀ ਮੈਂ ਕਰਦੀ ਹਾਂ, ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਕਿ ਅਸੀਂ ਕੰਮ ਕਰਨਾ ਹੈ ਕਿਸ ਤੇ? ਸਸਟੇਨੇਬਿਲਿਟੀ ਤੇ, এনवायरमेंट ਜਿਹੜਾ ਹੈਗਾ এনवायरमेंट ਫ੍ਰੈਂਡਲੀ ਅਪਰੋਚ ਤੇ ਅਸੀਂ ਕੰਮ ਕਰਨਾ ਹੈ, ਰਾਈਟ। ਸੋ ਇਹਦੇ ਵਿੱਚ ਅਸੀਂ ਇਹ ਕਮਿਟ ਕਰਨਾ ਹੈ ਕਿ ਅਸੀਂ ਅੱਜ ਤੋਂ ਬਾਅਦ ਇਸ ਤਰ੍ਹਾਂ ਦਾ ਲਾਈਫ ਸਟਾਈਲ ਅਡਾਪਟ ਕਰਾਂਗੇ ਜਾਂ ਇਸ ਤਰ੍ਹਾਂ ਦਾ ਡਾਈਟਰੀ ਪੈਟਰਨ ਹੋਏਗਾ ਸਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਕਿ এনवायरमेंट ਫ੍ਰੈਂਡਲੀ ਹੋਏਗਾ। ਮੀਨਸ ਸਾਡੀ এনवायरमेंट ਨੂੰ ਕੋਈ ਨੁਕਸਾਨ ਨਾ ਪਹੁੰਚੇ। ਹੁਣ ਦੇਖ ਹੀ ਰਹੇ ਹਾਂ ਕਿੰਨੀ ਠੰਡ ਪੈ ਰਹੀ ਹੈ, ਐਕਸਟ੍ਰੀਮ 'ਚ ਪੈ ਰਹੀ ਹੈ, ਗਰਮੀ ਹੁੰਦੀ ਹੈ, ਐਕਸਟ੍ਰੀਮ 'ਚ ਹੁੰਦੀ ਹੈ। ਕਿਉਂ? ਕਿਉਂਕਿ ਇਟ ਇਜ਼ ਆਲ ਬਿਕੋਜ਼ ਆਫ ਦ ਡਿਸਟਰਬੈਂਸ ਇਨ ਦ ਨੈਚੁਰਲ ਸਾਈਕਲ ਆਫ ਵਰਲਡ, ਗਲੋਬਲ ਵਾਰਮਿੰਗ, ਰਾਈਟ। ਸੋ ਇਹ ਸਾਡਾ এনवायरमेंट ਅਸੀਂ ਸਾਨੂੰ ਪਿੱਛੇ ਜਾਣਾ ਪੈਣਾ, ਸਾਨੂੰ 100 ਸਾਲ ਪਿੱਛੇ ਨੂੰ ਜਾਣਾ ਪੈਣਾ, ਠੀਕ ਹੈ। ਇਹ ਇੱਕ ਜਣੇ ਦਾ ਕੰਮ ਨਹੀਂ, ਐਜ਼ ਅ ਇੰਡੀਵਿਜੂਅਲ ਵੀ ਅਸੀਂ ਕੰਮ ਕਰਨਾ ਹੈ, ਗਵਰਨਮੈਂਟਸ ਨੂੰ ਨਾਲ ਲੈਣਾ ਹੈ, ਆਰਗੇਨਾਈਜੇਸ਼ਨਸ ਨੂੰ ਅਸੀਂ ਨਾਲ ਲੈਣਾ ਤੇ ਹੌਲੀ ਹੌਲੀ ਅਸੀਂ ਆਪਣੇ ਪੁਰਾਣੇ ਉਹਦੇ ਤੇ ਜਾਣਾ। ਸੋ ਜਦੋਂ ਅਸੀਂ ਸਸਟੇਨੇਬਿਲਿਟੀ ਦੀ ਗੱਲ ਕਰਦੇ ਹਾਂ, এনवायरमेंट ਫ੍ਰੈਂਡਲੀ ਅਪਰੋਚ ਦੀ ਗੱਲ ਕਰਦੇ ਹਾਂ, ਉੱਥੇ ਫਿਰ ਉਹੀ ਗੱਲ ਮੈਂ ਤੁਹਾਨੂੰ ਦੱਸਦੀ ਹਾਂ ਕਿ ਅਸੀਂ ਕੋਸ਼ਿਸ਼ ਕਰੀਏ ਕਿ ਜਿੰਨੇ ਵੀ ਫੂਡ ਗਰੁੱਪਸ ਨੇ ਸਾਡੇ ਪਲਾਂਟ ਬੇਸਡ ਹੋਣ ਤਾਂ ਜ਼ਿਆਦਾ ਵਧੀਆ। ਪ੍ਰੋਟੀਨ ਅਸੀਂ ਪਲਾਂਟਸ ਤੋਂ ਲਈਏ ਤਾਂ ਜ਼ਿਆਦਾ ਵਧੀਆ ਇੰਸਟੈਡ ਆਫ ਦਾ ਐਨੀਮਲ ਪ੍ਰੋਟੀਨ, ਰਾਈਟ। ਸਿਮਿਲਰਲੀ ਮਿਲਟਸ ਜਿਹੜੇ ਨੇ, ਨਿਊਟਰੀ ਸੀਰੀਅਲਸ ਨੇ, ਉਹ ਅਸੀਂ ਆਪਣੀ ਡਾਈਟ ਦੇ ਵਿੱਚ ਇਨਕਲੂਡ ਕਰ ਲਈਏ ਕਿਉਂਕਿ ਮਿਲਟਸ 100% ਜਿਹੜੇ ਨੇ ਪਲਾਂਟ ਬੇਸਡ ਨੇ, ਈਜ਼ੀਲੀ ਅਵੇਲੇਬਲ ਨੇ। ਐਂਡ ਇਹਨਾਂ ਨੂੰ ਜਦੋਂ ਅਸੀਂ ਗਰੋ ਵੀ ਕਰਦੇ ਹਾਂ, ਖੇਤੀ ਵੀ ਕਰਨੀ ਹੈ, ਤਾਂ ਇਹਨਾਂ ਨੂੰ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੈ। ਮੀਨਸ ਸਾਡੀ এনवायरमेंट ਨੂੰ ਇਸ ਚੀਜ਼ ਦਾ ਕੋਈ ਨੁਕਸਾਨ ਨਹੀਂ ਹੈ, ਰਾਈਟ, ਕਿਉਂਕਿ ਇਹ ਇੱਕ ਵਾਈਲਡ ਕ੍ਰੌਪ ਦੇ ਵਿੱਚ ਲਏ ਜਾਂਦੇ ਨੇ, ਕਿਤੇ ਵੀ ਇਹ ਬਹੁਤ ਆਸਾਨੀ ਨਾਲ ਅਸੀਂ ਇਹਨਾਂ ਨੂੰ ਗਰੋ ਕਰ ਸਕਦੇ ਹਾਂ। ਸੋ ਸਾਨੂੰ ਆਪਣੀਆਂ ਐਗਰੀਕਲਚਰਲ ਪ੍ਰੈਕਟਿਸਿਸ ਚੇਂਜ ਕਰਨੀਆਂ ਪੈਣਗੀਆਂ, ਰਾਈਟ। ਸੋ ਆਓ ਅਸੀਂ ਸਾਰੇ ਇਹ ਮਿਲ ਕੇ ਇਹ ਪਲੈਜ ਕਰੀਏ ਕਿ ਅਸੀਂ ਕੰਮ ਕਰਾਂਗੇ ਨੈਸ਼ਨਲ ਮੈਂਡੇਟ ਆਫ ਲਾਈਫ ਵੱਲ, ਜਿਹੜਾ ਕਿ ਸਾਡੇ ਰਿਸਪੈਕਟਡ ਪ੍ਰਾਈਮ ਮਿਨਿਸਟਰ ਜੀ ਨੇ COP26 ਸਮਿਟ ਦੇ ਵਿੱਚ ਇਸ ਚੀਜ਼ ਤੇ ਐਮਫਸਾਈਜ਼ ਕੀਤਾ ਕਿ ਲੈਟ ਅਸ ਵਰਕ ਔਨ ਦਾ ਲਾਈਫ ਸਟਾਈਲ। ਕਿੱਦਾਂ ਦਾ ਲਾਈਫ ਸਟਾਈਲ? ਲਾਈਫ ਸਟਾਈਲ ਫॉर द एनवायरमेंट, ਲਾਈਫ ਸਟਾਈਲ ਫॉर ਮਾਈਸੈਲਫ ਐਜ਼ ਵੈਲ ਐਜ਼ ਫॉर ਮਾਈ एनवायरमेंट। ਸੋ ਇਸ ਦੇ ਨਾਲ ਕੀ ਹੋਏਗਾ ਕਿ 2070 ਤੱਕ ਜਿਹੜਾ ਸਾਡੇ ਰਿਸਪੈਕਟਡ ਪ੍ਰਾਈਮ ਮਿਨਿਸਟਰ ਜੀ ਦਾ ਟਾਰਗੇਟ ਹੈ ਕਿ ਬਾਈ ਦਾ ਈਅਰ 2070 ਅਸੀਂ 0% ਕਾਰਬਨ ਐਮਿਸ਼ਨ ਵੱਲ ਜਾ ਸਕੀਏ। ਦੈਨ ਮੈਂ ਕਿਉਂਕਿ ਅੱਜ ਅਸੀਂ ਮਨਾ ਰਹੇ ਹਾਂ ਨੈਸ਼ਨਲ ਗਰਲਸ ਚਾਈਲਡ ਡੇ, तो मैं उस संदर्भ ਦੇ ਵਿੱਚ ਕੁੜੀਆਂ ਦੇ ਬਾਰੇ ਜਾਂ ਇਵਨ ਬॉयਜ਼ ਲਈ ਵੀ ਕੁਝ ਗੱਲਾਂ ਨੇ, ਕੁਝ ਟਿਪਸ ਨੇ ਜਿਹੜੇ ਉਹਨਾਂ ਨੂੰ ਦੇਣਾ ਚਾਹੂੰਗੀ ਕਿ ਕਿਸ ਤਰ੍ਹਾਂ ਬੱਚਿਓ ਅਸੀਂ ਆਪਣੀ ਹੈਲਥ ਨੂੰ ਇੰਪਰੂਵ ਕਰ ਸਕਦੇ ਹਾਂ, ਕੁਝ ਨਿਊਟ੍ਰੀਐਂਟਸ ਅਸੀਂ ਇਸ ਤਰ੍ਹਾਂ ਦੇ ਆਪਣੀ ਡਾਈਟ ਦੇ ਵਿੱਚ ਲੈ ਕੇ ਆਈਏ ਜਾਂ ਅਸੀਂ ਆਪਣੀ ਡਾਈਟ ਨੂੰ ਇੰਪਰੂਵ ਕਰੀਏ ਸੋ ਦੈਟ ਵੀ ਕੈਨ ਬਿਕਮ ਹੈਲਦੀ। ਨੰਬਰ 1 ਅਸੀਂ ਕੁੜੀਆਂ 'ਚ ਦੇਖਦੇ ਹਾਂ ਕਿ ਅਨੀਮੀਆ ਇਜ਼ ਵੈਰੀ ਕਾਮਨ। ਅਨੀਮੀਆ ਕੀ ਹੈ ਸਾਰਿਆਂ ਨੂੰ ਪਤਾ ਹੈ, ਜਦੋਂ ਸਾਡੇ ਸਰੀਰ ਦੇ ਵਿੱਚ ਬਲੱਡ ਦੇ ਵਿੱਚ ਹੀਮੋਗਲੋਬਿਨ ਦੀ ਮਾਤਰਾ ਘਟ ਜਾਂਦੀ ਹੈ। ਕੁੜੀਆਂ ਦੇ ਵਿੱਚ ਇਹ 12 ਤੋਂ 14 ਹੋਣਾ ਚਾਹੀਦਾ, ਮੁੰਡਿਆਂ ਦੇ ਵਿੱਚ ਇਹ 14 ਤੋਂ ਲੈ ਕੇ 16 ਹੋਣਾ ਚਾਹੀਦਾ ਆਈਡੀਅਲ ਅਮਾਉਂਟ। ਬਟ ਅਸੀਂ ਅਗਰ ਆਪਣਾ ਅੱਜ ਟੈਸਟ ਕਰਾਉਂਦੇ ਆ ਤਾਂ ਅਸੀਂ ਦੇਖਦੇ ਹਾਂ ਕੁੜੀਆਂ ਦੇ ਵਿੱਚ 8 ਗ੍ਰਾਮ, 9 ਗ੍ਰਾਮ, 10 ਗ੍ਰਾਮ ਮੈਕਸਿਮਮ 10 ਗ੍ਰਾਮ ਬਲੱਡ ਹੈ ਜਿਹੜਾ, ਹੈ ਨਾ। ਸੀ ਸੋ ਜਿੰਨਾ ਘੱਟ ਹੋਏਗਾ ਉਹਨਾਂ ਅਨੀਮੀਆ ਸਾਡਾ ਹੈਗਾ। ਸਵੀਅਰ ਅਨੀਮੀਆ ਮਾਈਲਡ ਹੈ, ਮੋਡਰੇਟ ਹੈ। ਸੋ ਇਸ ਦੇ ਲਈ ਅਸੀਂ ਕੁਝ ਟਿਪਸ ਦੇਣਾ ਚਾਹਾਂਗੇ ਕਿ ਅਸੀਂ ਕਿਸ ਤਰ੍ਹਾਂ ਦਾ ਜਿਹੜਾ ਫੂਡ ਗਰੁੱਪਸ ਨੇ ਅਸੀਂ ਆਪਣੀ ਡਾਈਟ ਦੇ ਵਿੱਚ ਇਨਕਲੂਡ ਕਰਨੇ ਆ। ਅੱਜ ਕੱਲ ਜਿਵੇਂ ਵਿੰਟਰਸ ਨੇ, ਯੂ ਕੈਨ ਇਨਕਲੂਡ ਕੈਰਟਸ ਇਨ ਯੋਰ ਡਾਈਟ। ਗਾਜਰਾਂ ਅਬੰਡੈਂਸ ਚ ਅਵੇਲੇਬਲ ਨੇ, ਯੂ ਕੈਨ ਕੰਜ਼ਿਊਮ them in the form of even ਤੁਸੀਂ ਸੂਪ ਬਣਾ ਸਕਦੇ ਹੋ, ਜੂਸਿਸ ਲੈ ਸਕਦੇ ਹੋ। ਐਂਡ ਸਬਜ਼ੀਆਂ ਦੇ ਵਿੱਚ ਤਾਂ ਅਸੀਂ ਲੈਂਦੇ ਹੀ ਆ, ਪਰ ਉਹੀ ਸਬਜ਼ੀਆਂ ਦੇ ਵਿੱਚ ਧਿਆਨ ਰੱਖਣਾ ਹੈ ਕਿ ਬਹੁਤੀ ਕੁਕਿੰਗ ਨਹੀਂ ਕਰਨੀ, ਮਾਈਲਡ ਕੁਕਿੰਗ ਕਰਨੀ। ਦੈਨ ਚੁਕੰਦਰ ਹੈ, ਬੀਟ ਰੂਟ ਇਜ਼ देयर,
फलां दे विच गुआवा आ जांदा है, हरियां सब्जियां आ जांदियां ने, ग्रीन लीफी वेजिटेबल्स खावांगे तां असीं विटामिन B12 ਅਸੀਂ B12 ਦੀ ਡੈਫੀਸ਼ੀਐਂਸੀ ਨੂੰ ਬਹੁਤ ਆਸਾਨੀ ਨਾਲ ਫਿਊ ਵੀਕਸ ਦੇ ਵਿੱਚ ਦੂਰ ਕਰ ਸਕਦੇ ਹਾਂ। ਦੈਨ ਇਸ ਤੋਂ ਇਲਾਵਾ ਵਿਟਾਮਿਨ B12 ਦੇ ਕੀ ਹੋਰ ਸੋਰਸਸ ਨੇ, ਜਿਸ ਤਰ੍ਹਾਂ ਸਾਡੇ ਤਿਲ ਨੇ, ਠੀਕ ਹੈ, ਗਰਾਊਂਡਨਟ ਸੀਡਸ ਨੇ ਸਾਡੇ, ਜਾਂ ਸੈਫਲਾਰ ਸੀਡਸ ਨੇ, ਅਸੀਂ ਇਹਨਾਂ ਦਾ ਕੰਜ਼ੰਪਸ਼ਨ ਕਰ ਸਕਦੇ ਹਾਂ। ਡਾਇਰੈਕਟ ਸੀਡਸ ਨੂੰ ਕੰਜ਼ਿਊਮ ਨਹੀਂ ਕਰਨਾ, ਹਲਕਾ ਜਿਹਾ ਇਹਨਾਂ ਨੂੰ ਰੋਸਟ ਕਰਨਾ ਹੈ ਤਵੇ ਤੇ, ਡਰਾਈ ਰੋਸਟ, ਜਾਂ ਇਹਨਾਂ ਨੂੰ ਫਰਾਈ ਕਰ ਲਓ ਤਾਂ ਥੋੜੇ ਜਿਹੇ ਸੀਡਸ ਤੁਸੀਂ ਆਪਣੀ ਡਾਈਟ ਦੇ ਵਿੱਚ ਇਨਕਲੂਡ ਕਰ ਸਕਦੇ ਹੋ। ਤੇ ਜਾਂ ਫਿਰ ਤੁਸੀਂ ਇਹਨਾਂ ਸੀਡਸ ਤੋਂ ਮਿਲਕ ਐਕਸਟ੍ਰੈਕਟ ਕਰਕੇ ਦੁੱਧ ਬਣਾ ਕੇ ਇਹਨਾਂ ਦਾ, ਉਸ ਦੁੱਧ ਨੂੰ ਤੁਸੀਂ ਉਸ ਦੁੱਧ ਤੋਂ ਫਿਰ ਦਹੀਂ ਜਾਂ ਲੱਸੀ ਦੀ ਫਾਰਮ ਦੇ ਵਿੱਚ ਤੁਸੀਂ ਇਹਨਾਂ ਨੂੰ ਲੈ ਸਕਦੇ ਹੋ। ਤੇ ਇਸ ਤਰ੍ਹਾਂ ਕਰਨ ਨਾਲ ਜਿਹੜੀ ਵਿਟਾਮਿਨ B12 ਦੀ ਡੈਫੀਸ਼ੀਐਂਸੀ ਹੈ ਉਹ ਤੁਸੀਂ 2 ਜਾਂ 3 ਹਫ਼ਤਿਆਂ ਦੇ ਵਿੱਚ ਆਪਣੀ ਤੁਹਾਡੀ ਦੂਰ ਹੋ ਸਕਦੀ ਹੈ ਬਹੁਤ ਆਸਾਨੀ ਦੇ ਨਾਲ। ਦੈਨ ਇੰਪੋਰਟੈਂਟ ਇੱਕ ਹੋਰ ਚੀਜ਼ ਹੈ ਜਿਹੜੀ ਕੈਲਸ਼ੀਅਮ, ਜਿਹਨੂੰ ਅਸੀਂ ਕਹਿੰਦੇ ਹਾਂ, ਸਾਰਿਆਂ ਨੂੰ ਪਤਾ ਵਾਟ ਇਜ਼ ਕੈਲਸ਼ੀਅਮ। ਸੋ ਕੈਲਸ਼ੀਅਮ ਦੀ ਡੈਫੀਸ਼ੀਐਂਸੀ ਵੀ ਅਸੀਂ ਅਕਸਰ ਦੇਖਦੇ ਹਾਂ ਕਿ ਸਾਡੀ ਡਾਈਟ ਦੇ ਵਿੱਚ ਆਉਂਦੀ ਹੈ। ਸੋ ਕੈਲਸ਼ੀਅਮ ਦੀ ਡੈਫੀਸ਼ੀਐਂਸੀ ਲਈ ਵੀ ਮੈਂ ਇਹੀ ਕਹੂੰਗੀ, ਤਿਲ, ਅਸੀਂ ਹੁਣ ਦੇਖੋ ਦੁੱਧ ਦੇ ਪਿੱਛੇ ਨਹੀਂ ਭੱਜਣਾ ਕਿ ਦੁੱਧ 'ਚ ਕੈਲਸ਼ੀਅਮ ਹੈ ਜੀ, ਦੁੱਧ ਪੀਓ, ਸਵੇਰੇ ਪੀਓ, ਸ਼ਾਮ ਨੂੰ ਪੀਓ। ਨੋ, ਦੁੱਧ ਦੇ ਵਿੱਚ ਕੈਲਸ਼ੀਅਮ ਬਹੁਤ ਘੱਟ ਹੈ। ਉਹੀ ਕੈਲਸ਼ੀਅਮ ਜਦੋਂ ਤੁਸੀਂ ਇਹ ਤਿਲ ਨੇ ਜਿਹੜੇ, ਠੀਕ ਹੈ, ਚਿੱਟੇ ਤਿਲ ਹੋ ਗਏ, ਜਾਂ ਈਵਨ ਮਿਲਟਸ ਨੇ ਜਿਹੜੇ, ਸਪੈਸ਼ਲੀ ਫਿੰਗਰ ਮਿਲਟਸ, ਇਹਨਾਂ ਤੋਂ ਜਦੋਂ ਅਸੀਂ ਦੁੱਧ ਬਣਾਉਂਦੇ ਆ, ਉਹ ਦੁੱਧ ਦੇ ਵਿੱਚ 10 ਗੁਣਾ ਕੈਲਸ਼ੀਅਮ ਹੈ ਐਜ਼ ਕੰਪੇਅਰ ਟੂ ਦ ਕੈਲਸ਼ੀਅਮ ਫਾਊਂਡ ਇਨ ਕਾਊਜ਼ ਮਿਲਕ ਔਰ ਬਫੈਲੋਜ਼ ਮਿਲਕ, ਰਾਈਟ। ਸੋ ਅਸੀਂ ਪਲਾਂਟ ਬੇਸਡ ਫੂਡਸ ਵੱਲ ਆਉਣਾ ਹੈ, ਬਿਕੋਜ਼ ਸਾਡਾ ਜਿਹੜਾ এনवायरमेंट ਫ੍ਰੈਂਡਲੀ ਅਪਰੋਚ ਹੈ ਉਹ ਤਾਂ ਹੀ ਸਕਸੈਸਫੁਲ ਹੋਏਗਾ ਜੇ ਅਸੀਂ ਪਲਾਂਟ ਬੇਸਡ ਫੂਡਸ ਤੇ ਆਵਾਂਗੇ। ਤਿਲਾਂ ਦਾ ਤੁਸੀਂ ਲੱਡੂ ਬਣਾ ਸਕਦੇ ਹੋ ਸਰਦੀਆਂ ਦੇ ਵਿੱਚ, 2 ਜਾਂ 3 ਲੱਡੂ ਹਫ਼ਤੇ 'ਚ ਤੁਸੀਂ ਖਾ ਸਕਦੇ ਹੋ। ਇਹਦੇ ਨਾਲ ਤੁਹਾਡਾ ਕਾਫੀ ਜ਼ਿਆਦਾ ਕੈਲਸ਼ੀਅਮ ਲੈਵਲਸ ਇੰਪਰੂਵ ਹੋ ਜਾਣਗੇ। ਜਾਂ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਡਾਇਰੈਕਟਲੀ ਜਿਹੜੇ ਸੀਡਸ ਨੇ ਰੋਸਟ ਕਰਕੇ ਜਾਂ ਫਰਾਈ ਕਰਕੇ 2 ਸਪੂਨਸਫੁਲਸ ਮਤਲਬ ਤੁਸੀਂ ਹਫ਼ਤੇ 'ਚ 2 ਜਾਂ 3 ਵਾਰੀ ਲੈ ਸਕਦੇ ਹੋ। ਦੈਨ ਕਮਿੰਗ ਟੂ ਵਿਟਾਮਿਨ ਡੀ, ਅਸੀਂ ਇਹ ਵੀ ਦੇਖਦੇ ਹਾਂ ਕਿ ਸਾਡੀ ਬਾਡੀ ਦੇ ਵਿੱਚ ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਹੈ। ਬਾਹਰ ਦੇ ਮੁਲਕਾਂ ਦੇ ਵਿੱਚ ਜ਼ਿਆਦਾ, ਜਿੱਥੇ ਠੰਡ ਜ਼ਿਆਦਾ ਪੈਂਦੀ ਹੈ, ਆਪਣੇ ਇੰਡੀਆ 'ਚ ਘੱਟ ਹੈ, ਬਟ ਸਟਿਲ ਹੁਣ ਅੱਜ ਦੇ ਸਮੇਂ ਵਿੱਚ ਦੇਖ ਰਹੇ ਹਾਂ ਅਸੀਂ ਵਿਟਾਮਿਨ ਡੀ ਡੈਫੀਸ਼ੀਐਂਸੀ ਆ ਗਈ। ਕਿਉਂ? ਕਿਉਂਕਿ ਜ਼ਿਆਦਾਤਰ ਅਸੀਂ ਏਸੀ 'ਚ ਬੈਠਦੇ ਹਾਂ, ਧੁੱਪ ਦੇ ਵਿੱਚ ਅਸੀਂ ਬਹੁਤ ਘੱਟ ਐਕਸਪੋਜ਼ ਹੁੰਦੇ ਹਾਂ। ਸੋ ਸਨਲਾਈਟ ਜਿਹੜੀ ਹੈ ਦੈਟ ਇਜ਼ ਐਨ ਐਕਸਲੈਂਟ ਸੋਰਸ ਆਫ ਵਿਟਾਮਿਨ ਡੀ। ਸੁਬਾਹ 11 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਦੀ ਜਿਹੜੀ ਸਨਲਾਈਟ ਹੈ ਬਹੁਤ ਅੱਛੀ ਹੈ ਤੁਹਾਡਾ ਵਿਟਾਮਿਨ ਡੀ ਬਣਾਉਣ ਵਾਸਤੇ। ਸੋ 20 to 30% ਆਪਣੀ ਬਾਡੀ ਨੂੰ ਜਿਹੜੀ ਤੁਸੀਂ ਇਹ ਧੁੱਪ ਲਵਾਉਣੀ ਹੈ। ਹਫ਼ਤੇ 'ਚ 2 ਜਾਂ 3 ਵਾਰ ਤੁਸੀਂ ਡਾਇਰੈਕਟ ਸਨਲਾਈਟ ਦੇ ਵਿੱਚ ਬੈਠਣਾ ਹੈ। ਜਾਂ ਫਿਰ ਤੁਸੀਂ ਕੀ ਕਰਨਾ ਹੈ, ਆਪਣੀ ਬਾਡੀ ਤੇ ਕੋਕੋਨਟ ਆਇਲ ਜਾਂ ਤਿਲਾਂ ਦਾ ਆਇਲ ਹੈ ਜਿਹੜਾ, ਉਹਦੀ ਹਲਕੀ ਜੀ ਮਸਾਜ ਕਰਕੇ ਤੁਸੀਂ ਹਫ਼ਤੇ ਦੇ ਵਿੱਚ 1 ਜਾਂ 2 ਵਾਰੀ ਧੁੱਪ 'ਚ ਬੈਠ ਸਕਦੇ ਹੋ। ਉਹਦੇ ਨਾਲ ਵੀ ਤੁਹਾਡੀ ਜਿਹੜੀ ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਹੈ ਕਾਫੀ ਹੱਦ ਤੱਕ ਦੂਰ ਹੋ ਸਕਦੀ ਹੈ within few weeks, right? And next tip is that whenever you wake up in the morning, ਆਪਣਾ ਦਿਨ ਜਿਹੜਾ ਹੈ ਕਿਸ ਤਰ੍ਹਾਂ ਸ਼ੁਰੂ ਕਰਨਾ ਹੈ, ਤੁਸੀਂ ਕੋਈ ਵੀ ਫਰੂਟ ਜਾਂ ਨਟਸ ਲੈ ਸਕਦੇ ਹੋ, ਹੈ ਨਾ, ਸੋਕ ਕਰਕੇ, ਜਿਵੇਂ ਬਦਾਮ ਹੋ ਗਏ 4-5 ਪੀਸ, ਜਾਂ ਅਖਰੋਟ ਹੋ ਗਏ, ਸੋਕ ਕਰਕੇ ਲੈਣੇ, ਡਾਇਰੈਕਟ ਫਾਰਮ 'ਚ ਨਹੀਂ ਲੈਣੇ। ਤੇ ਜਾਂ ਕੋਈ ਵੀ ਫਰੂਟ ਜਿਹੜਾ ਹੈ, ਬਿਕੋਜ਼ ਫਰੂਟਸ ਨੇ ਜਿਹੜੇ ਐਕਸਲੈਂਟ ਸੋਰਸ ਨੇ ਫਾਈਬਰ ਦਾ, ਤੇ ਐਲਕਲਾਈਨ ਕਾਫੀ ਜ਼ਿਆਦਾ ਹੁੰਦੇ ਨੇ। ਸੋ ਆਪਣਾ ਜਿਹੜਾ ਮਾਰਨਿੰਗ ਹੈ ਜਿਹੜੀ ਅਸੀਂ ਇਸ ਤੋਂ ਸਟਾਰਟ ਕਰਨੀ ਹੈ। ਤੇ ਗਰਲਸ ਲਈ ਮੈਂ ਇੱਕ ਸਪੈਸ਼ਲੀ ਗੱਲ ਕਹਾਂਗੀ, ਬੇਟਾ ਕਦੇ ਵੀ ਆਪਣਾ ਬ੍ਰੇਕਫਾਸਟ ਸਕਿਪ ਨਹੀਂ ਕਰਨਾ। ਬ੍ਰੇਕਫਾਸਟ ਇਜ਼ ਦੀ ਵੈਰੀ ਵੈਰੀ ਇੰਪੋਰਟੈਂਟ ਮੀਲ ਆਫ ਯੋਰ ਡਾਈਟ। ਨੈਵਰ ਸਕਿਪ ਯੋਰ ਬ੍ਰੇਕਫਾਸਟ, ਮਸਟ, ਰਾਈਟ। ਸੋ ਉਹੀ ਬ੍ਰੇਕਫਾਸਟ ਦੇ ਵਿੱਚ ਵੀ ਇਹ ਨਹੀਂ ਵੀ ਬ੍ਰੇਕਫਾਸਟ 'ਚ ਇੱਕ ਫਰੂਟ ਖਾ ਲਿਆ ਬ੍ਰੇਕਫਾਸਟ ਹੋ ਗਿਆ, ਜਾਂ 1 ਗਲਾਸ ਦੁੱਧ ਦਾ ਪੀ ਲਿਆ ਦੈਟ ਇਜ਼ ਯੋਰ ਬ੍ਰੇਕਫਾਸਟ, ਜਾਂ ਅੱਜ ਕੱਲ ਓਟਸ ਅਸੀਂ ਲੈ ਲੈਂਦੇ ਹਾਂ ਦੈਟ ਇਜ਼ ਬ੍ਰੇਕਫਾਸਟ। ਨੋ, ਬ੍ਰੇਕਫਾਸਟ ਦੇ ਵਿੱਚ ਅਗੇਨ ਤੁਸੀਂ ਆਪਣਾ ਇੰਡੀਅਨ ਥਾਲੀ ਤੇ ਆ ਜਾਣਾ ਹੈ, ਠੀਕ ਹੈ। ਮਾਈ ਇੰਡੀਅਨ ਪਲੇਟ, ਮੇਰੀ ਇੰਡੀਅਨ ਥਾਲੀ, ਉਹਦੇ ਵਿੱਚ ਉਹੀ 50% ਫਰੂਟਸ ਐਂਡ ਵੈਜੀਟੇਬਲਸ, ਦੈਨ ਰੈਸਟ 50 ਦੇ ਵਿੱਚੋਂ 25% ਪ੍ਰੋਟੀਨਸ ਐਂਡ 25% ਜਿਹੜਾ ਹੈਗਾ ਉਹ ਤੁਹਾਡਾ ਹੋਲ ਗ੍ਰੇਨਸ ਤੋਂ ਆਏਗਾ ਜਾਂ ਮਿਲਟਸ ਤੋਂ ਆਏਗਾ, ਠੀਕ ਹੈ। ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਸੋ ਇਹਦੇ ਵਿੱਚ ਅਸੀਂ ਗੁੱਡ ਕੁਆਲਿਟੀ ਪ੍ਰੋਟੀਨਸ ਇਨਕਲੂਡ ਕਰੀਏ। ਕਾਰਬੋਹਾਈਡਰੇਟਸ ਅਸੀਂ ਹੁਣ ਰਮਾਲੀ ਰੋਟੀ ਹੈ, ਜਾਂ ਆਹ ਹੋ ਗਿਆ ਬ੍ਰੈਡ ਹੋ ਗਈ, ਪਾਸਤਾ ਹੋ ਗਿਆ, ਇਹ ਚੀਜ਼ਾਂ ਨਹੀਂ, ਵੈਰੀ ਨੋ ਟੂ ਦਿਸ। ਦੇਖੋ ਜਿਹੜੇ ਕਾਰਬੋਹਾਈਡਰੇਟਸ ਨੇ ਨਾ, ਉਹ ਸਾਡੀ ਡਾਈਟ 'ਚ ਫ੍ਰੀ ਨਹੀਂ ਹੈ ਵੀ ਜਿੰਨੇ ਮਰਜ਼ੀ ਖਾਈ ਜਾਓ, ਏਦਾਂ ਦਾ ਨਹੀਂ ਹੈ। ਸਾਡੀ ਬਾਡੀ ਇਸ ਤਰ੍ਹਾਂ ਨਹੀਂ ਬਣੀ ਹੋਈ, ਦੈਟ ਇਜ਼ ਵਾਈ ਸਾਨੂੰ ਪ੍ਰੋਬਲਮਸ ਨੇ। ਕਾਰਬੋਹਾਈਡਰੇਟਸ ਦੀ ਜਿਹੜੀ ਕੰਜ਼ੰਪਸ਼ਨ ਹੈ, ਹੋਲ ਗ੍ਰੇਨਸ ਜਿਹੜੀ ਕੰਜ਼ੰਪਸ਼ਨ ਹੈ, ਉਹ ਅਸੀਂ ਰਿਸਟ੍ਰਿਕਟ ਕਰ ਦੇਣੀ ਹੈ, ਲਿਮਿਟ ਕਰ ਦੇਣੀ ਹੈ, ਰੈਸ਼ਨਡ ਕਰ ਦੇਣੀ ਹੈ। ਕੀ ਵਧਾਉਣਾ ਹੈ? ਪ੍ਰੋਟੀਨ ਵਧਾਉਣੇ ਹੈ, ਠੀਕ ਹੈ। ਪ੍ਰੋਟੀਨ ਵਧਾਉਣੇ ਹੈ, ਕੁਆਲਿਟੀ ਅੱਛੀ ਹੋਣੀ ਚਾਹੀਦੀ ਹੈ ਪ੍ਰੋਟੀਨ ਦੀ। ਐਂਡ ਸੈਕੰਡਲੀ ਵੈਜੀਟੇਬਲਸ ਐਂਡ ਫਰੂਟਸ ਅਸੀਂ ਆਪਣੀ ਡਾਈਟ ਦੇ ਵਿੱਚ ਇਨਕਰੀਜ਼ ਕਰਨੇ ਹੈ, ਰਾਈਟ। ਐਂਡ ਥਰਡ ਥਿੰਗ ਜਿਹੜੀ ਮੈਂ ਹੁਣੇ ਗੱਲ ਕਰਕੇ ਹਟੀ ਹਾਂ, ਕੰਬੀਨੇਸ਼ਨ ਹੈ ਜਿਹੜਾ ਇਹਨਾਂ ਦਾ ਸੀਰੀਅਲਸ ਐਂਡ ਪਲਸਸ ਦਾ, ਦੈਟ ਵੀ ਹੈਵ ਟੂ ਇਨਕਲੂਡ, ਰਾਈਟ।
ਅੱਛਾ, ਇੱਕ ਹੋਰ ਛੋਟੀ ਜਿਹੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਾਂਗੀ। ਇਮਿਊਨਿਟੀ ਕਿਵੇਂ ਇਨਕਰੀਜ਼ ਕਰਨੀ ਹੈ ਅਸੀਂ ਆਪਣੀ ਬਾਡੀ ਦੀ, ਹੈ ਨਾ। ਦੇਖਦੇ ਹਾਂ ਅਸੀਂ ਬਹੁਤ ਜਲਦੀ ਕਿਸੇ ਨੂੰ ਬੁਖਾਰ ਚੜ ਜਾਂਦਾ ਜਾਂ ਅਸੀਂ ਬਿਮਾਰ ਹੋ ਜਾਂਦੇ ਹਾਂ, ਠੰਡ ਲੱਗ ਜਾਂਦੀ ਹੈ। ਸੋ देयर आर few antivirals which are easily available in our kitchen। ਸਾਡੀ ਕਿਚਨ 'ਚ ਬਹੁਤ ਆਸਾਨੀ ਨਾਲ ਕੁਝ ਚੀਜ਼ਾਂ ਮਿਲ ਜਾਂਦੀਆਂ ਨੇ। ਵੀ ਕੈਨ ਈਜ਼ੀਲੀ ਇਨਕਲੂਡ ਦੋਜ਼ ਥਿੰਗਸ ਇਨ ਆਵਰ ਡਾਈਟ। ਸਬਜ਼ੀਆਂ ਦੇ ਵਿੱਚ ਜਾਂ ਜੂਸ ਫਾਰਮ ਦੇ ਵਿੱਚ ਜਾਂ ਸੂਪ ਦੇ ਵਿੱਚ ਅਸੀਂ ਇਹਨੂੰ ਲੈ ਸਕਦੇ ਹਾਂ। ਯੂ ਕੈਨ ਨੋਟ ਡਾਊਨ ਬੇਟਾ, ਤੁਸੀਂ ਨੋਟ ਕਰ ਸਕਦੇ ਹੋ। ਜਿੰਜਰ, ਅਦਰਕ, है ना, एक्सीलेंट हर्ब वेजिटेबल है इम्यूनिटी इंक्रीज ਕਰਨ ਦੇ ਵਿੱਚ। ਸੋ ਜਿੰਜਰ ਦੇ ਵਿੱਚ ਕੀ ਹੁੰਦਾ ਹੈ? ਜਿੰਜਰੋਲ ਹੁੰਦਾ ਹੈ। ਆਪਾਂ ਟੈਕਨੀਕਲੀ ਨਹੀਂ ਜਾਣਾ ਇਹਨਾਂ ਦੇ ਪਿੱਛੇ। you should include ginger in your diet। number 2, garlic contains allicin। then turmeric, ਹਲਦੀ ਸਾਡੀ ਕਿਚਨ 'ਚ ਅਵੇਲੇਬਲ ਹੁੰਦੀ ਹੈ। ਸੋ ਇਹ ਤਿੰਨ ਚੀਜ਼ਾਂ ਸਾਡੀ ਕਿਚਨ 'ਚ ਹਰ ਵੇਲੇ ਪਈਆਂ ਨੇ। ਸੋ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਸੀਂ ਸਬਜ਼ੀਆਂ 'ਚ ਤਾਂ ਪਾਉਣੇ ਹੀ ਪਾਉਣੇ ਆ, ਬਟ ਯੂ ਕੈਨ ਇਨਕਲੂਡ ਇਹਨਾਂ ਨੂੰ ਚਾਹ ਦੇ ਵਿੱਚ ਇਨਕਲੂਡ ਕਰ ਸਕਦੇ ਹੋ, ਹਲਦੀ ਦਾ ਦੁੱਧ ਲੈ ਸਕਦੇ ਹੋ, ਠੀਕ ਹੈ। ਜਾਂ ਫਿਰ ਡਿਕੌਕਸ਼ਨਸ ਬਣਾ ਕੇ ਇਹਨਾਂ ਦੇ ਡਰਿੰਕਸ ਬਣਾ ਕੇ ਵਿੰਟਰਸ ਦੇ ਵਿੱਚ ਵਾਰਮ ਡਰਿੰਕਸ ਇਹਨਾਂ ਦੇ ਲੈ ਸਕਦੇ ਹੋ, ਵਿਚ ਵਿਲ ਰੀਅਲੀ ਹੈਲਪ ਇਨ ਬਿਲਡਿੰਗ ਯੋਰ ਇਮਿਊਨਿਟੀ, ਰਾਈਟ। ਐਂਡ ਦੈਨ ਹੋਰ ਵੀ ਅੱਛਾ ਹੈ ਜੇ ਕੁਝ 2-3 ਚੀਜ਼ਾਂ ਹੋਰ ਇਨਕਲੂਡ ਕਰ ਲਓ, ਜਿਵੇਂ ਤੁਲਸੀ ਹੋ ਗਈ। ਤੁਲਸੀ ਦੇ ਵਿੱਚ ਯੂਨੋਲ ਹੁੰਦਾ ਹੈਗਾ। ਅਗਰ ਤੁਹਾਡੀ ਕਿਚਨ 'ਚ ਅਵੇਲੇਬਲ ਹੈ ਨਿੰਮ ਦੇ ਪੱਤੇ, ਹੈ ਨਾ। ਪਿੰਡਾਂ 'ਚ ਲੋਕ ਅੱਗੇ ਐਂ ਤੁਰੇ ਜਾਂਦੇ, 2 ਪੱਤੇ ਤੋੜ ਲੈਂਦੇ ਸੀ ਤੇ ਚੱਬ ਲੈਂਦੇ ਸੀ, ਬਹੁਤ ਚੰਗੇ ਸੀਗੇ ਉਹ। ਹੁਣ ਸਾਨੂੰ ਇਹਨਾਂ ਚੀਜ਼ਾਂ ਤੇ ਵਾਪਸ ਆਉਣਾ ਪੈਣਾ। ਨਿੰਮ ਵੀ ਅਸੀਂ ਆਪਣੀ ਡਾਈਟ ਦੇ ਵਿੱਚ ਇਨਕਲੂਡ ਕਰਨੀ ਹੈ ਐਜ਼ ਅ ਹਰਬ, ਰਾਈਟ। ਦੈਨ ਲਾਸਟ ਆਫ ਆਲ ਲੈਮਨ ਗ੍ਰਾਸ ਦਾ ਕਨਸੈਪਟ ਬਹੁਤ ਚੱਲ ਰਿਹਾ, which is very very good। lemon grass is again very very helpful in building immunity of your body, right। ਸੋ ਕੋਈ ਵੀ, ਮੈਂ ਇਹ ਤੁਹਾਨੂੰ ਕਹਾਂਗੀ ਕਿ ਕੋਈ ਵੀ ਇੱਕ ਫੂਡ ਸੁਪਰ ਫੂਡ ਨਹੀਂ ਹੈ ਵੀ ਆ ਕੇ ਉਹਨੇ ਜਾਦੂ ਕਰ ਦੇਣਾ ਤੁਹਾਡੀ ਬਾਡੀ 'ਚ। ਨੋ, ਯੂ ਹੈਵ ਟੂ ਟੇਕ ਕੰਬੀਨੇਸ਼ਨਸ ਆਫ ਡਿਫਰੈਂਟ ਫੂਡਸ, ਰਾਈਟ। ਜਾਂ ਕੋਈ ਵੀ ਇੱਕ ਨਿਊਟ੍ਰੀਐਂਟ ਐਸਾ ਨਹੀਂ ਹੈ ਜਿਹੜਾ ਕਿ ਬਿਮਾਰੀ ਤੋਂ ਬਚਾ ਲੇਗਾ। ਯੂ ਹੈਵ ਟੂ ਇਨਕਲੂਡ ਆਲ ਦ ਫੂਡ ਗਰੁੱਪਸ ਇਨ ਯੋਰ ਡਾਈਟ ਟੂ ਗੈਟ ਆਲ ਦ ਐਡਿਕੁਏਟ ਨਿਊਟ੍ਰੀਐਂਟਸ in appropriate amounts as well as quality wise, right। then you can always ਜਦੋਂ ਅਸੀਂ ਆਪਣਾ ਕਿਤੇ ਖਾਣ ਬੈਠਦੇ ਹਾਂ, ਅਸੀਂ ਆਪਣੇ ਆਪ ਨੂੰ ਹਮੇਸ਼ਾ ਪੁੱਛ ਸਕਦੇ ਹਾਂ ਕਿ ਕੀ ਮੇਰੀ ਡਾਈਟ ਦੇ ਵਿੱਚ ਜਿਹੜੀਆਂ ਚੀਜ਼ਾਂ ਮੈਨੂੰ ਰਿਕੁਆਇਰਡ ਨੇ ਹੈਗੀਆਂ ਨੇ। ਜੇ ਨਹੀਂ ਹੈਗੀਆਂ ਅਸੀਂ ਉਸ ਨੂੰ ਐਡ ਕਰੀਏ। ਜਿਵੇਂ ਮੈਂ ਹੁਣੇ ਗੱਲ ਕਰੀਏ ਫਾਈਬਰ ਦੀ ਗੱਲ ਕਰੀਏ, ਪ੍ਰੋਟੀਨਸ ਦੀ ਗੱਲ ਕਰੀਏ, ਸਬਜ਼ੀਆਂ ਤੇ ਫਲਾਂ ਦੀ ਗੱਲ ਕਰੀਏ, ਸੀਰੀਅਲਸ ਦੀ ਗੱਲ ਕਰੀਏ। ਸੀਰੀਅਲਸ ਆਰ ਨਾਟ ਫ੍ਰੀ ਫੂਡਸ। Again, I am telling you, cereals are not free foods। We have not to consume them in liberal amounts। ਅਸੀਂ restricted ਖਾਣੇ ਆ, ਬਹੁਤ restricted ਖਾਣੇ ਆ। ਸਾਡੀ ਥਾਲੀ ਦੇ ਵਿੱਚ ਇੱਕ ਚਪਾਤੀ ਪਈ ਹੋਵੇ, that's okay। ਰੈਸਟ ਜਿਹੜੀ ਸਾਡੀ ਥਾਲੀ ਆ ਉਹ ਬਾਕੀ ਚੀਜ਼ਾਂ ਨਾਲ ਭਰੀ ਹੋਣੀ ਚਾਹੀਦੀ ਹੈ, ਠੀਕ ਹੈ। ਦਹੀਂ ਹੋਵੇ, ਸਬਜ਼ੀ ਹੋਵੇ, ਦਾਲ ਹੋਵੇ, ਸੈਲਡ ਹੋਵੇ, ਇੱਕ ਅੱਧਾ ਫਰੂਟ ਨਾਲ ਹੋਵੇ, ਠੀਕ ਹੈ। ਸੋ that is the complete diet। ਅੱਛਾ, ਦੂਸਰੀ ਗੱਲ ਬੇਟਾ ਲੜਕੀਆਂ ਲਈ, ਜਿਸ ਤਰ੍ਹਾਂ ਅਸੀਂ ਕਾਲਜ ਵੀ ਆਉਂਦੇ ਹੋ, ਤੁਸੀਂ ਹੈ ਨਾ, ਕੀ ਕਰਦੇ ਹੋ? ਬ੍ਰੇਕਫਾਸਟ ਕਰਿਆ ਨਹੀਂ ਹੁੰਦਾ, ਆ ਕੇ ਕੈਂਟੀਨ 'ਚ ਕੁਛ ਨਾ ਕੁਛ ਖਾ ਲਿਆ, ਫਰਾਈਡ ਚੀਜ਼ਾਂ ਅਸੀਂ ਲੈ ਲੈਂਦੇ ਹਾਂ, ਸਮੋਸਾ, ਬਰਗਰ, ਪੀਜ਼ਾ। ਅਵੋਇਡ ਥੀਸ। ਸੇ ਬਿਗ ਨੋ ਟੂ ਆਲ ਥੀਸ ਥਿੰਗਸ। ਇੰਸਟੈਡ ਕਿੱਦਾਂ ਦੇ ਸਨੈਕਸ ਅਸੀਂ ਲੈ ਕੇ ਆਉਣੇ ਆ, ਠੀਕ ਹੈ। 3 ਮੀਲਸ ਸਾਡੀਆਂ ਮੇਨ ਹੋ ਗਈਆਂ, ਬ੍ਰੇਕਫਾਸਟ, ਲੰਚ ਐਂਡ ਡਿਨਰ। ਇਨ ਬਿਟਵੀਨ ਜਿਹੜੀ ਅਸੀਂ ਸਨੈਕਿੰਗ ਕਰਨੀ ਹੈ, ਜਦੋਂ ਸਾਨੂੰ ਭੁੱਖ ਲੱਗਦੀ ਹੈ ਤਾਂ ਅਸੀਂ ਉਹਦੇ ਵਿੱਚ ਕੋਈ ਫਰੂਟ ਲੈ ਸਕਦੇ ਹਾਂ, ਜਾਂ ਅਸੀਂ ਹੈਲਦੀ ਆਪਸ਼ਨਸ ਕੋਈ ਨਟਸ ਆਪਣੇ ਕੋਲ ਰੱਖ ਸਕਦੇ ਹਾਂ, ਨਟਸ ਲੈ ਸਕਦੇ ਹੋ, ਠੀਕ ਹੈ। ਇਹ ਅਸੀਂ, ਜਾਂ ਮਖਾਣੇ ਨੇ, ਜਿਸ ਤਰ੍ਹਾਂ ਕੈਲਸ਼ੀਅਮ ਬਹੁਤ ਹੁੰਦਾ, ਮਖਾਣਿਆਂ ਨੂੰ ਰੋਸਟ ਕਰਕੇ ਤੁਸੀਂ ਇੱਕ ਡੱਬੀ 'ਚ ਪਾ ਕੇ ਆਪਣੇ ਪਰਸ 'ਚ ਕੈਰੀ ਕਰ ਸਕਦੇ ਹੋ। ਸੋ ਥੀਸ ਆਰ ਦ ਹੈਲਦੀ ਸਨੈਕਿੰਗ ਆਪਸ਼ਨਸ। ਸਪਰਾਊਟਸ ਇਨਕਲੂਡ ਕਰ ਸਕਦੇ ਹੋ, ਰਾਈਟ। ਸੋ ਯੂ ਸ਼ੁਡ ਇਨਕਲੂਡ ਆਲ ਥੀਸ ਥਿੰਗਸ। ਦੈਨ ਇੱਕ ਜਿਹੜਾ ਕਨਸੈਪਟ ਮੈਂ ਹੁਣੇ ਗੱਲ ਕਰੀ ਸੀ ਤੁਹਾਡੇ ਨਾਲ, ਈਟ ਰਾਈਟ ਇੰਡੀਆ, ਉਹਨਾਂ ਨੇ HFSS ਫੂਡਸ ਨੂੰ ਬੰਦ ਕੀਤਾ ਹੈ, ਬਿਲਕੁਲ ਨੋ ਕੀਤਾ ਹੈ। HFSS ਫੂਡਸ ਮੀਨਸ ਹਾਈ ਫੈਟ, salt and sugar foods। big no। ਅਸੀਂ ਕੋਈ ਵੀ ਹਾਈ ਫੈਟ ਵਾਲਾ ਫੂਡ ਨਹੀਂ ਖਾਣਾ, ਕੋਈ ਵੀ ਸ਼ੂਗਰੀ ਫੂਡ ਨਹੀਂ ਖਾਣਾ, ਤੇ ਕੋਈ ਵੀ ਅਸੀਂ ਸਾਲਟੀ ਫੂਡ ਜਿਹੜਾ ਹੈ ਨਹੀਂ ਖਾਣਾ, ਠੀਕ ਹੈ। ਸ਼ੂਗਰ ਐਂਡ ਸਾਲਟ ਦੀ ਗੱਲ ਕਰੀਏ, ਅਸੀਂ ਇਹਨਾਂ ਦੀ ਕੁਆਂਟੀਟੀ ਨੂੰ ਘਟਾਉਂਦੇ ਜਾਣਾ ਆਪਣੀ ਡਾਈਟ ਦੇ ਵਿੱਚ। ਆਜ ਸੇ ਥੋੜਾ, ਅੱਜ ਤੋਂ ਅਸੀਂ ਕੀ ਕਨਸੈਪਟ ਲੈਣਾ ਕਿ ਜੇ ਅਸੀਂ ਇੰਨਾ ਸਾਲਟ, 1 ਚਮਚ ਸਾਲਟ ਪਾਇਆ ਤਾਂ ਅੱਧੇ ਤੇ ਆ ਜਾਓ, ਅੱਧਾ ਖਾਣੇ ਹੋ ਤਾਂ 1/4 ਤੇ ਆ ਜਾਓ, ਠੀਕ ਹੈ। ਸੋ ਅੱਜ ਤੋਂ ਅਸੀਂ ਇਹ ਚੀਜ਼ਾਂ ਧਿਆਨ 'ਚ ਰੱਖੀਏ ਕਿ ਸ਼ੂਗਰ ਨੂੰ ਅਸੀਂ ਡੇ ਬਾਈ ਡੇ, ਬਿਕੋਜ਼ ਥੀਸ ਆਰ ਐਡਿਕਸ਼ਨਸ, ਨਥਿੰਗ ਐਲਸ। ਇਹ ਸਾਨੂੰ ਕੋਈ ਨਿਊਟ੍ਰੀਐਂਟ ਨਹੀਂ ਦੇ ਰਹੀਆਂ, ਸ਼ੂਗਰ ਤੇ ਸਾਲਟ। ਐਡਿਕਸ਼ਨ ਬਣ ਗਈ ਹੈ ਸਾਡੀ, ਸਾਨੂੰ ਸਵਾਦ ਨਹੀਂ ਲੱਗਦਾ ਖਾਣਾ ਜਦ ਤੱਕ ਉਹਦੇ 'ਚ ਕਾਫੀ ਜ਼ਿਆਦਾ ਨਮਕ ਨਾ ਹੋਵੇ, ਜਾਂ ਮਿੱਠੀਆਂ ਚੀਜ਼ਾਂ, ਕੇਕਸ, ਪੇਸਟਰੀਜ਼, ਆਈਸਕ੍ਰੀਮਸ, addiction ਹੋ ਗਈ ਹੈ ਸਾਨੂੰ। These are not required by our body at all। So you have to come to our traditional concept of diet, that is the Indian thali, where you have to include all the important food groups, especially the fruits and vegetables, right। So ਕਹਿੰਦੇ ਨੇ
कि मेरी जिहड़ी डाइट है अगर वो सही है ना, तो मैनू किसी मेडिसिन की लोड़ नहीं। पर जे मेरी डाइट सही नहीं है तो कोई मेडिसिन मेरे शरीर च काम नहीं करेगी। रिमेंबर दिस थिंग। सो असी अपनी डाइट नूं इस तरह का बना लीए कि एक मेडिसिन बन जाए साडी डाइट। मेडिसिन नूं असीं किद्दां लैंदे आ, लिमिटेड अमाउंट च लैनी है, टाइम ते खाने आ, क्योंकि ਉਹਦੀ ਇੱਕ ਕੰਪੋਜੀਸ਼ਨ ਹੈ ਉਨੀ ਕੀ ਖਾਣੀ ਹੈ। ਉਸੇ ਤਰ੍ਹਾਂ ਸਾਨੂੰ ਹੁਣ ਅੱਜ ਦੀ ਡੇਟ ਦੇ ਵਿੱਚ ਆਪਣੀ ਡਾਈਟ ਬਾਰੇ ਸੋਚਣਾ ਪਏਗਾ। ਅਸੀਂ ਆਪਣਾ ਕੀ ਖਾਣਾ ਹੈ, ਕਿੰਨਾ ਕੁ ਖਾਣਾ ਹੈ, ਕਦੋਂ ਖਾਣਾ ਹੈ, ਸੋ दैट ਕਿ ਸਾਡੀ ਜਿਹੜੀ ਹੈਲਥ ਹੈ ਉਹ ਸਹੀ ਰਹੇ। ਸੋ ਆਈ ਥਿੰਕ ਇੰਨਾ ਹੀ ਰੱਖਦੇ ਹਾਂ ਅੱਜ ਲਈ। ਸੋ ਨੈਕਸਟ ਲੈਕਚਰ ਦੇ ਵਿੱਚ ਵਿਲ ਟਾਕ ਇਨ ਬਰੀਫ ਤੇ ਮੈਂ ਪ੍ਰੋਫੈਸਰ ਸੁਖਮੀਨ, ਡਾਕਟਰ ਪੁਸ਼ਪਿੰਦਰ ਜੀ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਕਿ ਮੈਂ ਅੱਜ ਇਸ ਪਲੇਟਫਾਰਮ ਤੇ ਆ ਕੇ ਆਪ ਸਾਰਿਆਂ ਨਾਲ अपने टॉपिक पे तुहाडे नाल गलबात सांझी कर सकी। बहुत बहुत धन्यवाद। शुक्रिया मैडम बलबीर कौर जी, तुसी साडे नाल बहुत ही खाने प्रति जेड़े अहम नुक्ते सांझे कीते है कि साडा खाना जेड़ा वो मौसमी होवे, स्थानक होवे, ताजा होवे अते परंपरागत ढंग दे नाल बनिया होया होवे। प्यारे विद्यार्थियों, जे तुहाडी सेहत तंदुरुस्त होवेगी तां तादी तुसी सही विकास कर सकोगे। जे तुसी सही विकास कर सकोगे तद ही देश जेड़ा वो विकास कर सकेगा। इसलिए तुसी मैम ने जिन्ने भी तन्नू नुक्ते दसे आ उन्हां नू पल्ले बन के गंढ दे लेनी है और जिंदगी भर जेड़ा उन्हां दे उत्ते अमल करना ताकि तुहाडी जिहड़ी सेहत है वो तंदुरुस्त रवे, तुसी विकास करो, अगे वधो ते एक खुशहाल समाज दी सिरजना करो। शुक्रिया बलबीर मैम एक बार फिर। प्रिंसीपल साहब बेटे अज कॉलेज विच ही ने पर वो बहुत ज्यादा रजेवियां दे विच मसरूफ ने। उन्होंने तुहाडे लई अपनियां बच्चियां लई संदेश भेजिया है, मैं तुहानू वो पढ़ के सुना दिन्नी आ। उन्होंने अपने संदेश विच काव सतरा धी ते रुख सलामत रखो नहीं ते याद क्यामत रखो दे हवाले नाल क्या है कि धीआं किसी भी समाज दा अणमुल्ला खजाना हुंदियां हन। इस खजाने विच ही समाज दे सारे सुख अते विकास निहित हन। इसलिए मेरी दुआ है कि मेरियां बच्चियां अपने बेटी होण ते माण महसूस करन, जिंदगी विच उच्चियां उडारियां भरन अते अगे वधन। मैं प्रिंसीपल साहिब जी दा इस संदेश लई शुक्रिया अदा करदी हां। हुण मैं विद्यार्थी भलाई कमेटी लड़कियां दे डीन प्रोफेसर सुखमीन कौर जी नू गुजारिश करदी हां कि वो सारियां दा इस समागम विच शमूलियत करन अते इस नू सफलतापूर्वक नेपरे चाढ़न लई शुक्रिया अदा करन। प्रोफेसर सुखमीन कौर जी। बहुत बहुत धन्यवाद डॉक्टर पुष्पिंदर जी। डियर स्टूडेंट्स, सब तो पहलो मैं चाहांगी कि अगर तुहाडा कोई क्वेश्चन आ डॉक्टर बलबीर कोलों कोई तुसी तुहाडी कोई भी क्वेरी आ रिगार्डिंग डाइट ते तुसी पूछ सकदे जो, ठीक है। ये जरूरी है कि अगर तुहानू लगदा कोई भी, क्योंकि मैम डॉक्टर बलबीर कौर डीन OSA एंड हैड ऑफ द डिपार्टमेंट होम साइंस एंड फैशन डिजाइनिंग आ। इन्हां दा अपना ही डिपार्टमेंट आ। इन्हां ने बहुत ही डिटेल दे विच सानू डाइट बारे दस्सिया है। इन्हां दी एक गल बड़े ध्यान नाल सुनी है। मैनू लगा कि इन्हां दी हर एक गल नू सानू बड़ी सीरियसली फॉलो करना पएगा, क्योंकि इस टाइम देखो असी किस तरह दी डिजीज़ जिन्हां बारे असी कदी सोचिया भी नहीं सी। आ जिहड़ा कोरोना आ, मैं कहनी कि कोरोना दे विच ते सानू लगदा कि ना साडे को बहुत वधिया घर होना चाहिदा आ, ना ज़्यादा गड्डियां दी लोड़ आ। इन्हां ने जिहड़े डाइट बारे दस्सिया सिंपल वर्ड्स दे विच कि सानू जिहड़ी डाइट आ ना वो किस तरह लैनी चाहिदी है, बैलेंस डाइट लैनी चाहिदी है, डाइटरी डाइवर्सिफिकेशन बारे दस्सिया, वो बहुत ही जरूरी है। क्योंकि असी हुण
ਸਾਨੂੰ ਮੈਨੂੰ ਲੱਗਦਾ ਕਿ ਹੁਣ ਸਾਨੂੰ ਟ੍ਰੈਡੀਸ਼ਨਲ ਜਿਹੜੀ ਸਟਾਈਲ ਹੈ ਨਾ ਉਹਦੇ ਤੇ ਦੁਬਾਰਾ ਆਉਣਾ ਪਏਗਾ। ਕੋਈ ਪਹਿਲਾਂ ਤੇ ਅਸੀਂ ਬੜਾ ਖੁਸ਼ ਹੁੰਦੇ ਸੀ ਕਿ ਪਾਸਤਾ ਖਾ ਲਾਂਗੇ, ਪੀਜ਼ਾ ਖਾ ਲਾਂਗੇ, 버ਗਰ ਖਾ ਲਾਂਗੇ, ਜਾਂ ਹੁਣ ਸਾਨੂੰ ਲੱਗਦਾ ਕਿ ਜਿਹੜਾ ਸਾਨੂੰ ਅਸੀਂ ਜਿਹੜਾ ਆਪਣੇ ਘਰ ਦੇ ਵਿੱਚ ਖਾਣਾ, ਆਪਣੇ ਕਿਚਨ ਦੇ ਵਿੱਚ ਖੁਦ ਖਾਣਾ ਬਣਾ ਕੇ ਖਾਂਦੇ ਆ ਨਾ, ਇਸ ਤੋਂ ਉੱਪਰ ਕੁਝ ਨਹੀਂ ਹੈਗਾ। ਮੈਂ ਕਹਿੰਦੀ ਜਿੰਨਾ ਮਰਜ਼ੀ ਸਾਡੇ ਕੋਲ ਪੈਸਾ ਆ, ਮੈਂ ਹੁਣ ਇਸ ਟਾਈਮ ਤੇ ਮੈਂ ਇਹ ਅਬਜ਼ਰਵ ਕੀਤਾ ਕਿ ਜਿਹੜਾ ਖਾਣਾ ਨਾ ਹਰ ਲੇਡੀ ਨੂੰ, ਹਰ ਲੜਕੀ ਨੂੰ ਖੁਦ ਬਣਾਉਣਾ ਚਾਹੀਦਾ ਹੈ। ਕਿਉਂਕਿ ਹੁਣ ਜੇਕਰ ਸਾਡੀ ਸਿਹਤ ਨਹੀਂ ਠੀਕ ਤੇ ਕੁਝ ਵੀ ਨਹੀਂ ਹੈਗਾ, ਕਿਉਂਕਿ ਕਰੋਨਾ ਨੇ ਸਾਨੂੰ ਬਹੁਤ ਕੁਝ ਸਿਖਾ ਦਿੱਤਾ ਹੈ। ਤੇ ਅੱਜ ਜਿਹੜਾ ਨੈਸ਼ਨਲ ਗਰਲ ਚਾਈਲਡ ਮਨਾ ਰਹੇ ਆ ਨਾ, ਇਹਦੇ ਵਿੱਚ ਜਿਹੜਾ ਅਸੀਂ ਟੌਪਿਕ ਚੁਣਿਆ ਆ ਡਾਈਟਰੀ ਡਾਇਵਰਸਿਫਿਕੇਸ਼ਨ ਵਾਲਾ, ਮੈਨੂੰ ਲੱਗਦਾ ਕਿ ਇਹ ਸਾਡਾ ਅੱਜ ਦਿਨ ਆ ਨਾ, ਇਹ ਪੂਰਾ ਸਫਲਤਾਪੂਰਵਕ ਬਣ ਗਿਆ ਹੈ ਕਿ ਇਹਦੇ ਵਿੱਚ ਅਸੀਂ ਹਰ ਇੱਕ ਪਹਿਲੂ ਨੂੰ ਛੂਹਿਆ ਹੈ। ਸਭ ਤੋਂ ਪਹਿਲਾਂ ਡਾਕਟਰ ਪੁਸ਼ਪਿੰਦਰ ਕੌਰ ਜਿਹੜੇ ਕਨਵੀਨਰ ਨੰਨੀ ਸ਼ਾਹ ਸੈੱਲ, ਇਹਨਾਂ ਨੇ ਸਾਨੂੰ ਡਿਟੇਲ ਦੇ ਵਿੱਚ ਗਰਲ ਚਾਈਲਡ ਡੇ ਜੋ ਅਸੀਂ ਮਨਾ ਰਹੇ ਹਾਂ ਉਹਦੇ ਬਾਰੇ ਸਾਨੂੰ ਦੱਸਿਆ। ਸਰਕਾਰ ਦੀਆਂ ਕੀ ਪਾਲਿਸੀਜ਼ ਆ ਗਰਲਸ ਦੇ ਲਈ ਉਹਦੇ ਬਾਰੇ ਵੀ ਸਾਨੂੰ ਕਾਫੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਡਾਕਟਰ ਬਲਬੀਰ ਕੌਰ ਦਾ ਅਸੀਂ ਲੈਕਚਰ ਸੁਣਿਆ। ਡਾਕਟਰ ਜਗਰੂਪ ਕੌਰ ਐਸੋਸੀਏਟ ਪ੍ਰੋਫੈਸਰ ਪੰਜਾਬੀ ਵਿਭਾਗ ਨੇ ਸਲੋਗਨ ਕੰਪੀਟੀਸ਼ਨ ਤੇ ਐਸੇ ਕੰਪੀਟੀਸ਼ਨ ਵੀ ਨੈਸ਼ਨਲ ਗਰਲ ਚਾਈਲਡ ਤੇ ਅੱਜ ਕੰਪੀਟੀਸ਼ਨ ਕਰਵਾਇਆ ਆ। ਮੈਂ ਉਹਨਾਂ ਦਾ ਵੀ ਆਪਣੀ ਪੂਰੀ ਸੈਲਸ ਵੱਲੋਂ ਬਹੁਤ ਥੈਂਕਸ ਕਰਦੀ ਹਾਂ ਕਿ ਥੋੜੇ ਜਿਹੇ ਟਾਈਮ ਦੇ ਵਿੱਚ ਹੀ ਸਾਰੇ ਟੀਚਰਸ ਨੇ ਬੜੀ ਹੀ ਮਿਹਨਤ ਦੇ ਨਾਲ ਜਿੰਨੀਆਂ ਵੀ ਐਕਟੀਵਿਟੀਜ਼ ਅਸੀਂ ਸ਼ਾਰਟਲਿਸਟ ਕੀਤੀਆਂ ਸੀ ਸਾਰਿਆਂ ਨੂੰ ਨੇਪਰੇ ਚਾੜਿਆ ਹੈ। ਡਾਕਟਰ ਮਨਵੀਰ ਕੌਰ ਨੇ ਪੋਸਟਰ ਮੇਕਿੰਗ ਕੰਪੀਟੀਸ਼ਨ ਕਰਾਇਆ ਹੈ, ਉਹਦੇ 'ਚ ਵੀ ਅਸੀਂ ਉਹਨਾਂ ਦਾ ਵੀ ਬਹੁਤ ਥੈਂਕਸ ਕਹਿੰਦੇ ਹਾਂ। ਤੇ ਸਭ ਤੋਂ ਜ਼ਿਆਦਾ ਜਿਹੜੇ ਸਾਡੇ ਪਾਰਟਿਸਪੈਂਟਸ ਆ ਅੱਜ ਸਾਡੇ ਜੁੜੇ ਆ, ਜਾਂ ਉਸ ਤੋਂ ਪਹਿਲਾਂ ਵੀ ਅਸੀਂ ਕੱਲ ਪਰਸੋਂ ਦਾ ਸੈਟਰਡੇ ਸੰਡੇ ਸਾਡੀਆਂ ਐਕਟੀਵਿਟੀ ਚੱਲ ਰਹੀਆਂ ਆ। ਟੀਚਰ ਘਰ ਬੈਠੇ ਹੀ, ਕਿਉਂਕਿ ਆਨਲਾਈਨ ਮੀਡੀਅਮ ਰਾਹੀਂ ਅਸੀਂ ਘਰ ਬੈਠੇ ਹੀ ਸਾਰਾ ਕੁਝ ਕਰੀ ਜਾ ਰਹੇ ਸੀ। ਸੋ ਮੈਂ ਆਪਣੇ ਵੱਲੋਂ ਤੇ ਆਪਣੇ ਪੂਰੇ ਨੰਨੀ ਸ਼ਾਹ ਸੈੱਲ ਐਂਡ ਗਰਲਸ ਵੈਲਫੇਅਰ ਕਮੇਟੀ ਜੋ ਸੈੱਲ ਆ ਉਹਦੇ ਕਨਵੀਨਰ ਡਾਕਟਰ ਰਾਜਵਿੰਦਰ ਵੱਲੋਂ ਵੀ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਜਿਹੜਾ ਨੈਸ਼ਨਲ ਗਰਲ ਚਾਈਲਡ ਆ ਜਿਹਨੂੰ ਕਿ ਅਸੀਂ ਬੜੇ ਹੀ ਵਧੀਆ ਤਰੀਕੇ ਦੇ ਨਾਲ ਮਨਾਇਆ ਹੈ। ਬਹੁਤ ਧੰਨਵਾਦ ਜੀ। ਸ਼ੁਕਰੀਆ ਸੁਖਮੀਨ ਮੈਮ। ਪਿਆਰੇ ਵਿਦਿਆਰਥੀਓ, ਤੁਹਾਡੇ ਜਿੰਨੀਆਂ ਵੀ ਤੁਸੀਂ ਆਈਟਮਾਂ ਦੇ ਵਿੱਚ ਪਾਰਟਿਸਿਪੇਟ ਕੀਤਾ ਹੈਗਾ ਉਹਦੇ ਰਿਜ਼ਲਟ ਜਿਹੜੇ ਆ ਉਹ ਤਿਆਰ ਹੋ ਰਹੇ ਆ, ਥੋੜੇ ਜਿਹੇ ਸਮੇਂ ਵਿੱਚ ਹੋ ਜਾਣਗੇ। ਕੱਲ ਦੇ ਤੁਸੀਂ ਅਖਬਾਰ ਪੜ੍ਹਨਾ, ਉਹਨਾਂ ਦੇ ਵਿੱਚੋਂ ਆਪਣੇ ਰਿਜ਼ਲਟ ਜਿਹੜੇ ਆ ਉਹ ਤੁਸੀਂ ਦੇਖਣਾ। ਡਾਕਟਰ ਬਲਜਿੰਦਰ ਕੌਰ ਤੇ ਡਾਕਟਰ ਵੰਦਨਾ ਕਪੂਰ ਸੈਲਫੀ ਵਿਦ ਡਾਟਰ ਇਵੈਂਟ ਜਿਹੜਾ ਉਹਦਾ ਡਾਟਾ ਕਲੈਕਟ ਕਰ ਰਹੇ ਆ। ਜਿੰਨੇ ਵੀ ਵਿਦਿਆਰਥੀ ਜਾਂ ਅਧਿਆਪਕ ਸਹਿਬਾਨ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਆਪਣੀਆਂ ਬੱਚੀਆਂ ਨਾਲ ਆਪਣੀ ਸੈਲਫੀ ਜਿਹੜੀ ਆ ਲੈ ਕੇ ਉਹਨਾਂ ਨੂੰ ਜ਼ਰੂਰ ਜਿਹੜਾ ਭੇਜ ਦੇਣਾ। ਇਸ ਦੇ ਨਾਲ ਹੀ ਅਸੀਂ ਇਸ ਸਮਾਗਮ ਜਿਹੜਾ ਉਹਨੂੰ ਸਮਾਪਤ ਕਰ ਰਹੇ ਹਾਂ। ਮੈਂ ਵਿਦਿਆਰਥੀ ਭਲਾਈ ਕਮੇਟੀ ਲੜਕੀਆਂ ਦੇ ਕਨਵੀਨਰ ਪ੍ਰੋਫੈਸਰ ਰਾਜਵਿੰਦਰ ਕੌਰ ਜੀ ਅਤੇ ਆਪਣੀ ਤਰਫੋਂ ਜਿੰਨੇ ਵੀ ਅਧਿਆਪਕ ਸਹਿਬਾਨ ਮੀਨਸ ਆਪਣੇ ਰਜੇਵਿਆਂ ਚੋਂ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਸੀ, ਜਿਵੇਂ ਜਗਰੂਪ ਮੈਮ ਅੱਜ ਆਕੜ ਪ੍ਰਿੰਸੀਪਲ ਦੀਆਂ ਸੇਵਾਵਾਂ ਨਿਭਾ ਰਹੇ ਸੀਗੇ, ਪਰ ਫਿਰ ਵੀ ਉਹ ਸਾਡੇ ਨਾਲ ਜੁੜੇ ਰਹੇ। ਔਰ ਕਾਲਜ ਦੇ ਅਧਿਆਪਕ ਸਹਿਬਾਨ, ਸਤਵੀਰ ਮੈਮ ਔਰ ਸਾਰੇ ਹੀ ਜਿੰਨੇ ਵੀ ਨੰਨੀ ਸ਼ਾਹ ਸੈੱਲ ਦੇ ਔਰ ਵਿਦਿਆਰਥੀ ਭਲਾਈ ਕਮੇਟੀ ਲੜਕੀਆਂ ਦੇ ਮੈਂਬਰ ਅਧਿਆਪਕ ਸਹਿਬਾਨ ਜਿਹੜੇ 3 ਦਿਨ ਤੋਂ ਸਾਡੇ ਨਾਲ ਇਸ ਸਮਾਗਮ ਨੂੰ ਆਯੋਜਿਤ ਕਰਵਾਉਣ ਵਿੱਚ ਮਸਰੂਫ ਹੈ, ਔਰ ਸਾਰੇ ਹੀ ਵਿਦਿਆਰਥੀ ਜਿਹੜੇ ਇਸ ਸਮਾਗਮ ਦੇ ਵਿੱਚ ਭਾਗ ਲੈ ਰਹੇ ਆ, ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੀ ਹਾਂ। ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਜਿਹੜੇ ਵਿਦਿਆਰਥੀ ਹੈ ਉਹ ਇਸ ਸਮਾਗਮ ਤੋਂ ਜ਼ਰੂਰ ਕੁਝ ਚੰਗਾ ਸਿੱਖਣਗੇ ਤੇ ਇਹਨੂੰ ਜ਼ਿੰਦਗੀ 'ਚ ਧਾਰਨ ਕਰਨਗੇ। ਇੱਕ ਵਾਰੀ ਫੇਰ ਸਾਰਿਆਂ ਦਾ ਬਹੁਤ ਸ਼ੁਕਰੀਆ।